ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। एक शब्द मेरे प्राण अवस्थ है, बहुड़ जन्म नावा। धन धन सहबे कमाल, वालिए कुल आलम, रहबर ए कायनात। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਪਿਆਰਿਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਸੁੰਦਰ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ, ਜੋ ਕਿ ਰਾਮਕਲੀ ਰਾਗ ਦੇ ਅੰਦਰ ਦਰਜ ਹੈ। ਸੱਤ ਬਾਣੀ ਦੀ ਆਪਾਂ ਲਗਾਤਾਰ ਵਿਆਖਿਆ ਕਰਦੇ ਆ ਰਹੇ ਹਾਂ। ਅੱਜ 8ਵੇਂ ਦਿਨ ਦੀ ਆਪਾਂ ਨੇ ਵਿਚਾਰ ਕਰਨੀ ਹੈ ਸੰਗਤ ਜੀ। ਪੰਜਵਾਂ ਪਦਾ ਆਰੰਭ ਕੀਤਾ ਹੋਇਆ ਸੀਗਾ ਕਿ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੱਸਣਾ ਚਾਹੁੰਦੇ ਸੀਗੇ ਕਿ ਜਦੋਂ ਮੈਂ ਸਰੀਰਕ ਚੋਲਾ ਤਿਆਗ ਦੇਵਾਂਗਾ ਨਾ, ਤੇ ਤੁਸੀਂ ਮੇਰੇ ਸਰੀਰਕ ਚੋਲੇ ਤਿਆਗਣ ਤੋਂ ਬਾਅਦ ਮੇਰੇ ਸਰੀਰ ਨੂੰ ਕਿੱਦਾਂ ਸਾਂਭਣਾ ਹੈ। ਜੋ ਵੀ ਮ੍ਰਿਤਕ ਸੰਸਕਾਰ ਹੈ, ਜੋ ਵੀ ਮੇਰੇ ਮਰਨ ਤੋਂ ਬਾਅਦ ਕਿਰਿਆ ਕਰਨੀ ਹੈ, ਉਹ ਕਿੱਦਾਂ ਦੀ ਕਿਰਿਆ ਕਰਨੀ ਹੈ, ਕੀ ਪਾਠ ਕਰਾਉਣਾ ਹੈ, ਕੀ ਕੀਰਤਨ ਕਰਨਾ ਹੈ, ਇਹ ਸਾਰੀਆਂ ਗੱਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਵੇਲੇ ਕੀਤੀਆਂ। ਅਤੇ ਬਾਬਾ ਸੁੰਦਰ ਜੀ ਨੇ ਇਹਨਾਂ ਗੱਲਾਂ ਨੂੰ ਕਲਮਬੰਦ ਕਰ ਦਿੱਤਾ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਸੁੰਦਰ ਜੀ ਦੀ ਰਚੀ ਹੋਈ ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਦਰਜ ਕਰਕੇ ਬਾਣੀ ਦਾ ਰੂਪ ਦੇ ਦਿੱਤਾ, ਅਤੇ ਸਾਨੂੰ ਸੁਚੇਤ ਕਰ ਦਿੱਤਾ ਕਿ ਹਰ ਇੱਕ ਸਿੱਖ ਗੁਰੂ ਨੂੰ ਪਿਆਰ ਕਰਨ ਵਾਲਾ, ਗੁਰੂ ਨੂੰ ਮੱਥਾ ਟੇਕਣ ਵਾਲਾ, ਆਪਣਾ ਅਖੀਰ ਦਾ ਸਮਾਂ ਇਸੇ ਤਰ੍ਹਾਂ ਦਾ ਉਹਦਾ ਹੋਣਾ ਚਾਹੀਦਾ ਆ। ਅੰਤਿਮ ਸੰਸਕਾਰ ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅਖੀਰ ਦੇ ਸਮੇਂ ਦੇ ਵਿੱਚ ਆਪਣੇ ਪੁੱਤਰਾਂ ਨੂੰ, ਸੰਗਤਾਂ ਨੂੰ, ਭਾਈਆਂ ਨੂੰ ਦੱਸਿਆ ਆ, ਜੋ ਇਸ ਬਾਣੀ ਦੇ ਵਿੱਚ ਦਰਜ ਹੈ। ਫਿਰ ਕੱਲ੍ਹ ਆਪਾਂ ਨੇ ਗੱਲ ਸ਼ੁਰੂ ਕੀਤੀ ਸੀਗੀ ਕਿ ਰਹਿਤ ਮਰਿਆਦਾ ਵੀ ਸਾਨੂੰ ਮ੍ਰਿਤਕ ਸੰਸਕਾਰ ਬਾਰੇ ਬਹੁਤ ਕੁਛ ਦੱਸਦੀ ਹੈ ਕਿ ਕੀ ਸਾਨੂੰ ਕਰਨਾ ਚਾਹੀਦਾ ਅਤੇ ਕੀ ਸਾਨੂੰ ਨਹੀਂ ਕਰਨਾ ਚਾਹੀਦਾ। ਉਹਦੇ ਬਾਬਤ ਵੀ ਕੱਲ੍ਹ ਆਪਾਂ ਨੇ ਬਹੁਤ ਗੱਲਾਂ ਕੀਤੀਆਂ ਆ। ਸੋ ਅੱਜ ਵੀ ਜੋ ਥੋੜ੍ਹਾ ਜਿਹਾ ਰਹਿਤ ਮਰਿਆਦਾ ਦਾ ਆ, 2-4 ਪਹਿਰੇ ਰਹਿੰਦੇ ਆ ਜੀ, 2-4 ਗੱਲਾਂ ਰਹਿੰਦੀਆਂ ਆ। ਸੋ ਉਹ ਗੱਲਾਂ ਵੀ ਆਪਾਂ ਨੇ ਹੁਣ ਕਰਨੀਆਂ ਆ। ਗੁਰੂ ਮਾਲਕ ਜੀ ਕਿਰਪਾ ਕਰਨ। ਸੱਚਾਈ ਸੰਗਤ ਜੀ ਇਹ ਆ, ਕਈ ਵਾਰੀ ਸੋਚੀਦਾ ਕਿ ਨਾ ਬੋਲੀਏ, ਪਰ ਮਜਬੂਰਾਂ ਬੋਲਣਾ ਪੈ ਜਾਂਦਾ ਜੀ। ਕਹਿਣ ਨੂੰ ਅਸੀਂ ਸਾਰੇ ਪੰਥਕ ਹੁੰਦੇ ਆ, ਕਹਿਣ ਨੂੰ ਸਾਰੇ ਸਿੱਖ ਹੁੰਦੇ ਆ, ਪਰ ਸਾਡੀ ਸਿੱਖੀ, ਸਾਡਾ ਗੁਰੂ ਪ੍ਰਤੀ ਪਿਆਰ ਆਹ ਦਿਨਾਂ 'ਚ ਪਤਾ ਲੱਗਦਾ ਆ। ਅਸੀਂ ਕਿੰਨੇ ਗੁਰੂ ਦੇ ਨਾਲ ਜੁੜੇ ਹੋਏ ਆ। ਇੰਨੇ ਸਾਲਾਂ ਤੋਂ ਗੁਰਦੁਆਰੇ ਮੱਥਾ ਟੇਕਣ ਦੇ ਬਾਵਜੂਦ ਵੀ, ਬਾਣੇ ਦੀਆਂ ਲੜੀਆਂ ਲਾਉਣ ਦੇ ਬਾਵਜੂਦ ਵੀ, ਅਤੇ ਹਾਲੇ ਵੀ ਸਾਨੂੰ ਧਾਗਿਆਂ 'ਤੇ ਭਰੋਸਾ ਹੈ, ਮਾਫ਼ ਕਰੋ, ਗੁਰੂ 'ਤੇ ਭਰੋਸਾ ਨਹੀਂ ਹੈ।
ਇੱਥੋਂ ਪਤਾ ਲੱਗਦਾ ਕਿ ਜਦੋਂ ਅਸੀਂ ਸੰਗਤ ਦਾ ਹੁਣ ਦੇਖਦੇ ਹਾਂ ਦ੍ਰਿਸ਼ ਕੀ ਭਾਈ ਸੰਗਤ ਨਹੀਂ ਪਹੁੰਚੀ, ਅੱਜ ਕਿਉਂ ਨਹੀਂ ਪਹੁੰਚੀ, ਤੇ ਇਹ ਮੈਨੂੰ ਦੱਸਣ ਦੀ ਲੋੜ ਨਹੀਂ। ਗੁਰੂ ਮਾਲਕ ਕਿਰਪਾ ਕਰੇ ਜੀ। ਜਿੰਨੇ ਕੁ ਪਹੁੰਚਿਆ ਆਓ ਗੁਰੂ ਮਾਲਕ ਜੀ ਦੇ ਘਰ ਦੀਆਂ ਬਾਤਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ। ਪਿਆਰ ਤੇ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮ੍ਰਿਤਕ ਸੰਸਕਾਰ ਦੀ ਆਪਾਂ ਗੱਲ ਕਰਦੇ ਹੋਏ ਕੱਲ ਇਹ ਗੱਲਾਂ ਕਰ ਲਈਆਂ ਸੀਗੀਆਂ ਜੀ। 5 ਪੁਆਇੰਟ ਜੋ ਰਹਿਤ ਮਰਿਆਦਾ ਵਿੱਚ ਲਿਖੇ ਹੋਏ ਆ, ਫਿਰ ਇੱਕ ਵਾਰੀ ਮੈਂ ਸਾਰਾ ਪੜ੍ਹ ਦਿੰਦਾ ਹੈ ਜੀ, ਫਿਰ ਨਾਲ ਦੀ ਨਾਲ ਅਗਲੀ ਜਿਹੜੀ ਵਿਚਾਰ ਆ ਉਹ ਆਰੰਭ ਕਰਦਾ। ਕੱਲ ਆਪਾਂ ਨੇ ਗੱਲ ਕੀਤੀ ਕਿ ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠ ਨਹੀਂ ਉਤਾਰਨਾ, ਦੀਵਾ ਬੱਤੀ, ਗਊ ਮਨਸਾਉਣਾ ਜਾਂ ਹੋਰ ਕੋਈ ਮਨਮੱਤ ਸੰਸਕਾਰ ਨਹੀਂ ਕਰਨਾ, ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ। ਇੱਕ ਪੁਆਇੰਟ ਇਹ ਕੀਤਾ ਸੀ ਜੀ। ਦੂਜਾ ਪੁਆਇੰਟ, ਪ੍ਰਾਣੀ ਦੇ ਦੇਹ ਤਿਆਗਣ ਤੇ ਧਾ ਨਹੀਂ ਮਾਰਨੀ, ਪਿੱਟ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ। ਦੂਜਾ ਪੁਆਇੰਟ ਆਪਾਂ ਨੇ ਇਹ ਸਾਂਝਾ ਕੀਤਾ ਸੀਗਾ ਜੀ। ਤੀਜੀ ਗੱਲ ਆਪਾਂ ਨੇ ਕੀਤੀ ਸੀਗੀ, ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋ ਵੀ ਸੰਸਕਾਰਨਾ ਚਾਹੀਏ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਚੌਥਾ ਪੁਆਇੰਟ ਜੀ, ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਪੰਜਵਾਂ ਪੁਆਇੰਟ, ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾ ਕੇ ਪਾਏ ਜਾਣ, ਕਕਾਰ ਜੁਦਾ ਨਾ ਕੀਤੇ ਜਾਣ, ਫਿਰ ਤਖਤੇ ਉੱਤੇ ਪਾ ਕੇ ਚਲਾਨੇ ਦਾ ਅਰਦਾਸਾ ਸੋਧਿਆ ਜਾਵੇ, ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ, ਨਾਲ ਬਿਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ, ਸੰਸਕਾਰ ਦੀ ਥਾਂ 'ਤੇ ਪਹੁੰਚ ਕੇ ਚਿਖਾ ਰਚੀ ਜਾਵੇ, ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ, ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦ ਅਗਨੀ ਲਾ ਦੇਵੇ, ਸੰਗਤ ਕੁਝ ਵਿੱਚ ਤੇ ਬਹਿ ਕੇ ਕੀਰਤਨ ਕਰੇ ਜਾਂ ਬਿਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕਪਾਲ ਕਿਰਿਆ ਆਦ ਕਰਨਾ ਮਨਮੱਤ ਹੈ। ਕੀਰਤਨ ਸੋਇਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ। ਕੱਲ ਇੱਥੇ ਤੱਕ ਆਪਾਂ ਨੇ ਗੱਲ ਕੀਤੀ ਸੀਗੀ ਜੀ। ਕੱਲ ਇਹ ਗੱਲ ਛੱਡੀ ਸੀਗੀ ਕਿ ਕਪਾਲ ਕਿਰਿਆ ਕੀ ਹੈ ਜੀ, ਆਦ ਕਰਨਾ ਮਨਮੱਤ ਹੈ। ਹੁਣ ਉੱਥੇ ਜਦੋਂ ਆਪਾਂ ਜਾਂਦੇ ਹਾਂ ਨਾ ਸ਼ਮਸ਼ਾਨ ਘਾਟ, ਉੱਥੇ ਘੜਾ ਭੰਨਿਆ ਜਾਂਦਾ ਜੀ, ਪਰ ਸਿੱਖਾਂ ਦੇ ਵਿੱਚ ਘੜਾ ਭੰਨਣਾ ਕੀ ਹੈ ਜੀ, ਮਨਮੱਤ ਹੈ। ਪਰ ਜਦੋਂ ਕਿਸੇ ਨੂੰ ਕਹਿ ਲਓ ਭਾਈ ਸਾਹਿਬ ਜੀ ਘੜਾ ਨਾ ਭੰਨੋ, ਪਰ ਮੰਨਦਾ ਸਾਡੀ ਉੱਥੇ ਕੋਈ ਵੀ ਨਹੀਂ ਹੈ ਜੀ। ਨਹੀਂ ਜੀ, ਪਿੱਛੋਂ ਚੱਲਦਾ ਆ, ਸ਼ਾਇਦ ਘੜਾ ਨਹੀਂ ਭੰਨਾਂਗੇ ਪਤਾ ਨਹੀਂ ਬੇਬੇ ਜਾਂ ਬਾਪੂ ਉੱਠ ਜਾਏਗਾ, ਇਹ ਸਾਡੇ ਅੰਦਰ ਡਰ ਹੈ। ਉੱਥੇ ਘੜਾ ਭੰਨਿਆ ਜਾਂਦਾ। ਘੜਾ ਕਿਸੇ ਦੇ ਧਰਮ ਦਾ ਹੋ ਸਕਦਾ, ਪਰ ਸਿੱਖਾ ਤੇਰੇ ਘਰ ਦੇ ਵਿੱਚ, ਤੇਰੇ ਧਰਮ ਦੇ ਵਿੱਚ ਪ੍ਰਾਣੀ ਦੇ ਨਿਮਤ ਜਾਂ ਪ੍ਰਾਣੀ ਦੇ ਆਲੇ ਦੁਆਲੇ ਘੜਾ ਘੁਮਾਉਣਾ ਫਿਰ ਭੰਨਣਾ, ਇਹ ਸਾਡੇ ਲਈ ਮਨਮੱਤ ਹੈ। ਗੁਰੂ ਦਾ ਹੁਕਮ ਹੈ ਕਿ ਐਸਾ ਕੰਮ ਕਰਨਾ ਸਿੱਖਾ ਤੈਨੂੰ ਚੰਗਾ ਜਾਂ ਤੈਨੂੰ ਸ਼ੋਭਾ ਨਹੀਂ ਦਿੰਦਾ, ਇਹ ਮਨਮੱਤ ਹੈ। ਜਾਂ ਕਈ ਥਾਵਾਂ 'ਤੇ ਸੋਟੀ ਮਾਰੀ ਜਾਂਦੀ ਹੈ ਜੀ, ਮਰੇ ਹੋਏ ਪ੍ਰਾਣੀ ਦੇ ਸਿਰ 'ਤੇ ਪਿੱਛੇ ਖੜ੍ਹ ਕੇ ਉਹਦੇ ਸਿਰ ਦੇ ਵਿੱਚ ਸੋਟੀ ਮਾਰੀ ਜਾਂਦੀ ਹੈ ਜੀ ਕਿ ਸ਼ਾਇਦ ਇਹ ਉੱਠ ਜਾਵੇ ਜੀ। ਹੁੰਦਾ ਤਾਂ ਮਤਲਬ ਇਹਦਾ ਇਹ ਹੁੰਦਾ ਸੀਗਾ, ਪਰ ਉੱਥੇ ਕੁਝ ਹੋਰ ਮਤਲਬ ਕੱਢ ਕੇ ਕਿ ਸ਼ਾਇਦ ਤੇਰੀ ਤੇ ਮੇਰੀ ਟੁੱਟ ਗਈ, ਐਸੀਆਂ ਗੱਲਾਂ ਸੋਚ ਕੇ ਸੋਟੀ ਕਈ ਵਾਰੀ ਮਾਰੀ ਜਾਂਦੀ ਹੈ। ਜਾਂ ਕਈ ਵਾਰ ਪਿੰਡਾਂ ਦੇ ਵਿੱਚ ਸੋਟੀ ਚਿਖਾ ਦੇ ਆਲੇ ਦੁਆਲੇ, ਕਹਿੰਦਾ ਭਾਵੇਂ ਇੱਧਰ ਬੰਦਾ ਖੜਿਆ ਹੋਵੇ ਤੇ ਦੂਜੇ ਪਾਸੇ ਭਗਾ ਕੇ ਮਾਰਦਾ। ਐਸੀਆਂ ਉੱਥੇ ਕਹਿ ਲਓ ਕਿ ਕਰਮਕਾਂਡ ਕੀਤੇ ਜਾਂਦੇ ਆ। ਕਈ ਲੋਕ ਪੀੜ੍ਹੀ ਰੱਖਦੇ ਆ ਜੀ ਕਿ ਤੇਰੀ ਮੇਰੀ ਜਿਹੜੀ ਭਾਈ ਹੁਣੇ ਪੀੜ੍ਹੀ ਸੀਗੀ ਜਾਂ ਆਪਣੀ ਵਿਚਾਰ ਸੀਗੀ ਜਾਂ ਰਿਸ਼ਤਾ ਸੀਗਾ ਉਹ ਟੁੱਟ ਗਿਆ, ਪੀੜ੍ਹੀ ਤੋੜ ਕੇ ਰੱਖਦੇ ਆ ਜੀ।
होर बहुत कुछ ऐसे कर्म कांड कीते जाते आ शमशान घाट के अंदर जो प्राणी चढ़ाई कर जाता आ। पर रहत मर्यादा के मुताबिक सीधा जो असी शमशान घाट पहुँच गए, चिखा तैयार होई पई होवे तो उत्ते प्राणी का शरीर रख के अंगीठा बाल दिता जावे। कोई कपाल क्रिया नहीं करनी। ऐसे काम गुरमत के अनुसार मन मत ने, मन मत असी नहीं करनी। जो गुरु की मत है, जो सानू रहत मर्यादा कहनी आ, वो काम असी करने आ शमशान घाट के अंदर जाके। पर बड़ा कुछ हुंदा है जी, बड़े कुछ लोग कर्म कांड करते हैं। हुण अगली गल जी जिहड़ी अज आपां ने करनी है, थोड़े टाइम दे विच रह के आपां गल करने की कोशिश करांगे जी। घर आके जां लागे दे गुरुद्वारे विच प्राणी निमित्त श्री गुरु ग्रंथ साहिब जी का पाठ रखिया जावे ते आनंद साहिब 6 पौड़ियां का पाठ करके अरदासा 10वें दिन होवे। जे 10वें दिन ना हो सके तो होर कोई दिन संबंधियां दे सोख नूं मुख रख के नियत किया जावे। हुणे गल बड़ी वड्डी सीगी जी। हुण इत्थे ये आ कि जदों शमशान घाट असी संस्कार करता जी, संस्कार करन तो बाद असी वापस आ गए। हुण 90% ਤਾਂ लोग असी ये करते हैं कि गुरुद्वारा साहिब पहला अलाणीਆਂ साहिब का पाठ करते हैं जी। पर अलाणीਆਂ साहिब देखो इत्थे अलाणीਆਂ का कोई जिक्र कोई नहीं है। इहदा मतलब ये है कि भाई शमशान घाट संस्कार करन तो बाद अलाणीਆਂ का पाठ करना कोई साडी मर्यादा नहीं है। पर लोग करन लग गए। करना की है जी, असी आउंदे सार ही जां गुरु घर जां अपने घर दे विच सरदा होवे ते असी आउंदे सार ही श्री सहज पाठ आरंभ करवाउणा आ। 6 पौड़ियां आनंद साहिब दीयां पढ़ियां ते अरदासा सोध के गुरु ग्रंथ साहिब मालिक जी का पावन पवित्र हुक्म लेके श्री सहज पाठ उसे दिन आरंभ करना है, रहत मर्यादा के मुताबिक जिदण प्राणी का संस्कार करके आए। पर आपां हुण की करते हैं जी, पहला तो आपां दिनां दा वहम करते हैं जी कि भाई जी अज संस्कार किया, दूसरे दिन जे मंगलवार है जे बुधवार है फिर असी भाई फुल नहीं चुकते। फिर कहने 2 दिन का गैप पा लो जी, फिर 2 दिन का गैप पा लिता जाता है जी। जो गैप पाने तो बाद फिर असी कहने हैं कि पहला असी फुल चुक के असी पा के आने हैं जी, पा के फिर असी आके पाठ आरंभ करांगे। जां कईयां ने दूर जाना हुंदा जी, कीरतपुर साहिब जाना हुंदा, करतारपुर साहिब जां हरिद्वार जाना हुंदा, वो कहने कि तुसी पिछले परिवार के मैंबर पाठ आरंभ करवा लो तो असी भाई 2 बंदे उधर चले जाते हैं। पर ऐसा हो जाता है। पर रहत मर्यादा कहनी कि जिदण प्राणी चढ़ाई कर गया उहदा जदों आपां ने संस्कार करता, संस्कार करके गुरुद्वारा साहिब जां घर दे विच आके उसे दिन पाठ रखना आ। ते जिहड़ा अरदासा 10वें दिन, हुण नोट कर लियो जी, 10वें दिन भोग पाया जावे जी। जे 10वें दिन नहीं बनती अपनी ना सिस्टम नहीं सैट बनता, फिर रिश्तेदारां नाल असीं गलबात करके जिहड़ा दिन सारिਆਂ ਨੂੰ चंगा लगता आ ਉਹ दिन असीं भोग दा रख सकते हैं। हुण इहदे विच पूरा तुसीं पढ़ लिओ जी पैरा, इहदे विच अखंड पाठ साहिब दी कोई विधि नहीं है कि भाई प्राणी दे मरण तो बाद अखंड पाठ साहिब रखाउणा। हुण 99% लोग की करते हैं जी, अखंड पाठ साहिब रखा लेंदे आ। अगला कहना 3 दिन च काम निबड़े, गल खत्म है बस। पर अखंड पाठ साहिब कराउणा इहदे विच लिखिया नहीं होया। हुण तुसीं अगला पॉइंट पढ़िओ जी, वो भी मैं गल करदा आ। सहज पाठ की गल कीती है, सहज पाठ तुसीं रखाउणा है ते जिहदा भोग 10वें दिन पाया जावे। हुण परहेज ये तो चलो आपां सोचण लग गए कि भाई कुड़ी ने दूरों आउणा जी, मुंडे ने दूरों आउणा, टाइम नहीं है जी, आए हुए आ जां अगे दिनां दी गलबात आ जी, कारोबार निबेड़ो, कोई गल नहीं जी। हुण कई लोग तो एडे काले पै गए जी, अगला कहना जी 2 घंटे सुखमनी साहिब का पाठ करा लो, काम निबेड़ लो। 2 घंटे सुखमनी साहिब का पाठ करा के काम निबेड़ो जी, बस गल खत्म हो गई जी। पर रहत मर्यादा साडी ये कहती है कि 10वें दिन असीं भोग पाउणा जी, सहज पाठ रखना आ। ते रहत मर्यादा की कोई गल मन के राजी नहीं है जी, कोई गल नहीं। लोग अपनी अपनी मत
ਜੋ ਪਿੱਛੋਂ ਚੱਲਦਾ ਆ ਗਿਆਨੀ ਜੀ ਉਹੀ ਚੱਲਣ ਦਿਓ ਜੀ। ਹੁਣ ਗੱਲ ਇਹ ਆ ਜੀ ਕਿ ਅਸੀਂ ਵੀ ਗੱਲ ਕਰਦੇ ਹਾਂ ਜੀ, ਪਰ ਸਾਨੂੰ ਵੀ ਪਤਾ ਗੱਲ ਸਾਡੀ ਮੰਨਣੀ ਕਿਸੇ ਨੇ ਨਹੀਂ ਹੁੰਦੀ ਜੀ, ਕਰਨੀ ਲੋਕਾਂ ਨੇ ਆਪਣੀ ਮਰਜ਼ੀ ਹੁੰਦੀ ਹੈ। ਤੁਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਸਮਝਾਈ ਚੱਲੋ ਜੀ, ਪਰ ਲੋਕ ਨਹੀਂ ਸਮਝਦੇ ਆ। ਹੁਣ ਇੱਥੇ ਸਪਸ਼ਟ ਲਿਖਿਆ ਹੋਇਆ ਕਿ 10ਵੇਂ ਦਿਨ ਅਰਦਾਸਾ ਸੋਧਿਆ ਜਾਵੇ ਜੀ, ਅਰਦਾਸਾ ਕੀਤਾ ਜਾਵੇ। ਜੇ 10ਵੇਂ ਦਿਨ ਨਹੀਂ ਹੈ, ਫਿਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੁਸੀਂ ਗੱਲਬਾਤ ਕਰਕੇ ਕੋਈ ਚੰਗਾ ਜਿਹਾ ਦਿਨ ਜਿਹੜਾ ਸਾਰੇ ਰਿਸ਼ਤੇਦਾਰਾਂ ਨੂੰ ਫਿੱਟ ਬਹਿ ਜਾਵੇ, ਉਹ ਦਿਨ ਤੁਸੀਂ ਭੋਗ ਪਾ ਸਕਦੇ ਹੋ। ਹੁਣ ਸੁਣਿਓ ਜੀ ਅੱਗੇ, ਇਸ ਪਾਠ ਦੇ ਕਰਨ ਵਿੱਚ, ਨੋਟ ਕਰਿਓ ਜੀ, ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਤੁਸੀਂ ਸਹਿਜ ਪਾਠ ਗੁਰਦੁਆਰਾ ਸਾਹਿਬ ਰੱਖ ਲਿਆ, ਚਾਹੇ ਤੁਸੀਂ ਸਹਿਜ ਪਾਠ ਆਪਣੇ ਘਰੇ ਰੱਖ ਲਿਆ, ਤੇ ਘਰ ਦੇ ਮੈਂਬਰ ਤੇ ਰਿਸ਼ਤੇਦਾਰ ਵੀ ਹਿੱਸਾ ਲੈਣ। ਹੁਣ ਸੱਚਾਈ ਇਹ ਆ ਜੀ, ਮਾਫ਼ ਕਰਿਓ, ਅਖੰਡ ਪਾਠ ਸਾਹਿਬ ਇੱਥੇ ਰਖਾ ਦਿੰਦੇ ਆ ਜੀ ਅਸੀਂ, ਫਿਰ 2 ਦਿਨ ਅਸੀਂ ਗੁਰਦੁਆਰਾ ਸਾਹਿਬ, ਬੋਲੋ ਜੀ, ਵੜਦੇ ਨਹੀਂ ਹੈ ਜੀ। 5 ਪੌੜੀਆਂ ਆਰੰਭ ਕਰਵਾ ਗਏ ਜੀ ਜਪਜੀ ਸਾਹਿਬ ਦੀਆਂ, ਫਿਰ ਭਾਈ ਸਾਹਿਬ ਆਪੇ ਪੜ੍ਹੀ ਜਾਂਦੇ ਆ ਜੀ, ਆਪੇ ਨਹੀਂ ਪੜ੍ਹੀ ਜਾਂਦੇ, ਉਹ ਰੱਬ ਜਾਣਦਾ ਆ। ਸਿਰਫ ਭੋਗ ਵਾਲੇ ਦਿਨ ਅਸੀਂ ਪਹੁੰਚ ਜਾਂਦੇ ਹਾਂ ਜੀ, ਤੇ ਭੋਗ ਵਾਲੇ ਦਿਨ ਅਸੀਂ ਭੋਗ ਪਵਾ ਕੇ ਕਹਿ ਦਿੰਦੇ ਜੀ ਅਸੀਂ ਆਪਣੇ ਬਜ਼ੁਰਗਾਂ ਦੇ ਨਿਮਤ ਜਿਹੜਾ ਪਾਠ ਰੱਖਿਆ ਸੀਗਾ ਜੀ, ਉਹਦਾ ਅਸੀਂ ਭੋਗ ਪਵਾਤਾ। ਇਹੀ ਹੁੰਦਾ ਨਾ ਜੀ ਅੱਜ ਕੱਲ੍ਹ, ਸੱਚਾਈ ਤਾਂ ਇਹੀ ਹੈ ਕਿ ਪਹੁੰਚਦਾ ਹੀ ਨਹੀਂ ਹੈ ਜੀ ਕੋਈ। ਐਸੇ ਪਰਿਵਾਰ ਵੀ ਸਾਡੇ ਕੋਲ ਆਉਂਦੇ ਆ ਜੀ, ਜਿਹੜੇ ਸਹਿਜ ਪਾਠ ਵੀ ਆਰੰਭ ਕਰਵਾ ਜਾਂਦੇ ਆ ਕਿ ਭਾਈ ਸਾਹਿਬ ਸਹਿਜ ਪਾਠ ਆਰੰਭ ਕਰ ਦਿਓ ਸਾਡਾ, ਤੇ ਇੱਕ ਹਫ਼ਤਾ ਉਹਨਾਂ ਨੇ ਆਉਣਾ ਹੀ ਨਹੀਂ ਹੈ ਜੀ, ਤੁਸੀਂ ਆਪੇ ਕਰੀ ਚੱਲੋ ਬਸ, ਠੀਕ ਹੈ ਜੀ। ਇੱਥੇ ਕੀ ਲਿਖਿਆ ਹੋਇਆ ਜੀ ਕਿ ਇਸ ਪਾਠ ਦੇ ਕਰਨ ਵਿੱਚ, ਕਿਹੜੇ ਪਾਠ ਦੇ ਕਰਨ ਵਿੱਚ? ਜਿਹੜਾ ਆਪਾਂ ਮਰੇ ਹੋਏ ਪ੍ਰਾਣੀ ਦੇ ਨਿਮਤ ਰੱਖਿਆ ਹੈ ਨਾ, ਉਸ ਪਾਠ ਦੇ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਇਹ ਨਾ ਹੋਵੇ ਕਿ ਤੁਸੀਂ ਗੁਰਦੁਆਰਾ ਸਾਹਿਬ ਪਾਠ ਰਖਾ ਲਿਆ ਜਾਂ ਘਰੇ ਪਾਠ ਰਖਾ ਲਿਆ, ਤੇ ਆਪ ਅਸੀਂ ਦੂਜੇ ਕਮਰੇ 'ਚ ਬੈਠੇ ਆ, ਦੂਜੇ ਕਮਰੇ 'ਚ ਪਾਠ ਹੋ ਰਿਹਾ, ਸਾਨੂੰ ਪਤਾ ਹੀ ਨਹੀਂ ਜੀ ਕੀ ਬਾਣੀ ਪੜ੍ਹੀ ਜਾ ਰਹੀ ਹੈ ਜੀ, ਕੀ ਗੁਰੂ ਮਾਲਕ ਜੀ ਗੱਲ ਕਰਦੇ ਪਏ ਆ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਜੀ। ਇਹਦੇ ਵਿੱਚ ਇੱਕ ਬੰਦਾ ਦੋਸ਼ੀ ਨਹੀਂ ਹੈ ਜੀ, ਬਹੁਤ ਬੰਦੇ ਦੋਸ਼ੀ ਹੈ। ਹੁਣ ਥੋੜ੍ਹੇ ਜਿਹੇ ਮਜਬੂਰ ਆ ਕਿ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ, ਉਹ ਕਿ ਸੱਚ ਬਰਦਾਸ਼ਤ ਕਰਨਾ ਬੜਾ ਔਖਾ ਹੈ। ਗੱਲ ਸਾਰੀ ਮਾਇਆ ਦੀ ਘੁੰਮਦਾ ਚੱਕਰ ਕਿ ਭਾਈ ਕੋਈ ਅਖੰਡ ਪਾਠ ਰਖਾਏਗਾ ਜੀ, ਪਾਠੀ ਕਹਿੰਦੇ ਸਾਡਾ ਬਣੇਗਾ ਜੀ, ਕੁਝ ਦੂਜੇ ਕਹਿਣਗੇ ਜੀ ਸਾਡਾ ਬਣੇਗਾ, ਚੱਲੀ ਜਾਣ ਦਿਓ ਭਾਈ ਸਾਹਿਬ, ਆਪਾਂ ਨੂੰ ਕੀ ਲੋੜ ਪਈ ਆ ਰੋਕਣ ਦੀ। ਰਹਿਤ ਮਰਿਆਦਾ ਦਾ ਜਿੰਨਾ ਘਾਣ ਅਸੀਂ ਰਲ ਕੇ ਸਾਰੇ ਕਰ ਰਹੇ ਹਾਂ ਜੀ। ਸਿੱਖ ਹੀ ਰਹਿਤ ਮਰਿਆਦਾ ਦੇ ਉੱਤੇ ਤੁਰ ਕੇ ਰਾਜੇ ਨਹੀਂ ਹੈ ਜੀ, ਅਸੀਂ ਦੂਜੇ ਨੂੰ ਕਿੱਦਾਂ ਤੋੜ ਲਾਂਗੇ ਜੀ। ਹੁਣ ਇਹ ਗੱਲਾਂ ਦੇਖੋ, ਇੱਕ ਗੱਲ ਬੜੀ ਸਪਸ਼ਟ ਤੌਰ 'ਤੇ ਲਿਖੀ ਹੋਈ ਹੈ ਰਹਿਤ ਮਰਿਆਦਾ ਵਿੱਚ ਵਿਦਵਾਨਾਂ ਨੇ ਕਿ ਆਹ ਕੰਮ ਕਰਨਾ ਸੀਗਾ ਜੀ, ਪਰ ਅਸੀਂ ਨਹੀਂ ਕਰ ਪਾਏ ਜੀ। ਹੁਣ ਤੁਸੀਂ ਲਾ ਲਿਓ ਜੀ, ਅੱਜ ਤੋਂ ਬਾਅਦ ਲਾਈਵ ਵੀ ਚੱਲਦਾ, ਬੜੇ ਲੋਕਾਂ ਨੇ ਵੀਡੀਓ ਸੁਣਨੀ ਵੀ ਹੈ, ਜਦੋਂ ਬਾਅਦ 'ਚੋਂ ਮੈਂ ਨੈੱਟ 'ਤੇ ਪਾਉਣੀ ਆਪਣੇ ਚੈਨਲ 'ਤੇ, ਪਰ ਫਿਰ ਵੀ ਕਿਸੇ ਦਾ ਅਸਰ ਨਹੀਂ ਹੋਣਾ ਹੈਗਾ। ਉਹਨੇ ਕਹਿਣਾ ਨਹੀਂ ਭਾਈ ਸਾਹਿਬ ਜੀ ਟਾਈਮ ਬੜਾ ਘੱਟ ਹੁੰਦਾ ਆ, 2 ਦਿਨ ਠੀਕ ਆ ਜੀ ਦੇ ਦਿੱਤੇ ਆ, ਅਸੀਂ ਆਪਣੇ ਕਾਰੋਬਾਰ ਦੇਖਣੇ ਆ, ਆਪਣਾ ਕੰਮ ਕਾਰ ਦੇਖਣਾ ਆ, 10 ਦਿਨ ਕਿਹੜਾ ਬੈਠਾ ਰਹੇਗਾ ਜੀ, ਕਿਹੜਾ ਬਾਣੀ ਨਾਲ ਜੁੜੇਗਾ ਜੀ, ਕਿਹੜਾ ਬਾਣੀ ਪੜ੍ਹੇਗਾ ਜੀ। ਹੁਣ ਇੱਥੇ ਲਿਖਿਆ ਜੀ ਸਪਸ਼ਟ ਤੌਰ ਦੇ ਉੱਤੇ, ਨਾ ਤਾਂ ਅਲਾਣੀਆਂ ਸਾਹਿਬ ਦੀ ਕੋਈ ਵਿਧੀ ਹੈ। ਹੁਣ ਤੁਸੀਂ ਕੱਲ੍ਹ ਨੂੰ ਮੰਨ ਲਓ ਮੈਂ ਹੀ ਕੱਲ੍ਹ ਨੂੰ ਰੋਕ ਦੇਵਾਂ ਜੀ ਕਿਸੇ ਨੂੰ ਕਿ ਭਾਈ ਸਾਹਿਬ ਜੀ ਲਾਣੀਆਂ ਨਹੀਂ ਪੜ੍ਹਨੀਆਂ, ਅਸੀਂ ਮਰਿਆਦਾ ਨਹੀਂ ਹੈ, ਲੋਕ ਮੇਰੇ ਖਿਲਾਫ ਹੋ ਜਾਣਗੇ। ਅਤੇ ਜਿਹੜੇ ਰਹਿਤ ਮੇਰਾ ਰੌਲਾ ਪਾਉਂਦੇ ਫਿਰਦੇ ਆ, ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦੇਣਾ ਹੈਗਾ। ਭਾਈ ਸਾਹਿਬ ਜਿਵੇਂ ਬੰਦਾ ਕਹਿੰਦਾ ਜੀ ਕੋਈ ਉੱਦਾਂ ਕਰ ਲਓ, ਫਿਰ ਰਹਿਤ ਮਰਿਆਦਾ ਦੀ ਧੱਜੀਆਂ ਅਸੀਂ ਆਪ ਪੜ੍ਹਾਉਂਦੇ ਫਿਰਦੇ ਹੁੰਦੇ ਆ। ਜਾਂ ਤਾਂ ਅੜੋ ਨਾ ਪੂਰਾ ਕਿਸੇ ਰਹਿਤ ਮਰਿਆਦਾ ਦਾ, ਜੇ ਅਸੀਂ ਪ੍ਰਚਾਰ ਕਰਨਾ, ਮੇਰਾ ਗੁਰੂ ਨਾ ਰੁੱਸੇ, ਮੇਰਾ ਪੰਥ ਨਾ ਰੁੱਸੇ, ਹਾਂ ਬਾਕੀ ਦੁਨੀਆ ਰੁੱਸਦੀ ਹੈ ਤੇ ਕੋਈ ਫਰਕ ਨਹੀਂ ਪੈਂਦਾ। ਫਿਰ ਤਾਂ ਡਟ ਕੇ ਪਹਿਰਾ ਦੇਣਾ ਆ, ਤੇ ਫਿਰ ਤਾਂ ਸੂਰਮਾ ਬਣਨਾ ਪੈਣਾ ਜੀ। ਹਜੇ ਮਿਲ ਗੋਬਾ ਕਰਨਾ ਆ, ਤੇ ਫਿਰ ਨਾ ਰੌਲਾ ਪਾਓ ਜੀ, ਕਿਸੇ ਰਹਿਤ ਮਰਿਆਦਾ ਦੇ ਉੱਤੇ ਪੂਰਾ ਪਹਿਰਾ ਦਿੰਦੇ ਆ। ਲਾਣੀਆਂ ਸਾਹਿਬ ਹੀ ਨਹੀਂ ਅਸੀਂ ਬੰਦ ਕਰਵਾ ਸਕਦੇ ਜੀ। ਸ਼ਮਸ਼ਾਨ ਘਾਟ ਤੋਂ ਬਾਅਦ ਆ ਕੇ ਲਾਣੀਆਂ ਸਾਹਿਬ ਨਹੀਂ ਪੜ੍ਹਨੀਆਂ ਜੀ, ਤੁਸੀਂ ਭਾਈ ਸਾਹਿਬ ਸਿੱਧਾ ਸਹਿਜ ਪਾਠ ਆਰੰਭ ਕਰਨਾ, ਤੁਸੀਂ ਕਰਾ ਕੇ ਦੇਖ ਲਓ ਜੀ, ਹੋ ਹੀ ਨਹੀਂ ਸਕਦਾ। ਸਾਡੇ ਵਰਗਾ ਬੰਦਾ ਕੋਈ ਪਹਿਰਾ ਦੇਗਾ ਤੇ ਸਾਰੇ ਬੰਦੇ ਉਹਦੇ ਖਿਲਾਫ ਹੋਣਗੇ ਕਿ ਭਾਈ ਸਾਹਿਬ ਤੁਸੀਂ ਨਹੀਂ, ਨਾਲੇ ਪਤਾ ਆ ਕਿ ਭਾਈ ਸਾਹਿਬ ਗਲਤ ਨਹੀਂ ਬੋਲਦੇ, ਜੋ ਰਹਿਤ ਮਰਿਆਦਾ ਵਿੱਚ ਲਿਖਿਆ ਉਹ ਬੋਲਦੇ ਆ, ਪਰ ਅਸੀਂ ਦਬਾ ਲੈਣਾ ਆ। ਹੁਣ ਇੱਥੇ ਸਪਸ਼ਟ ਲਿਖਤਾ ਕਿ ਸਾਡਾ ਕੋਈ ਵਿਧਾਨ ਨਹੀਂ ਹੈ ਲਾਣੀਆਂ ਲੋਣੀਆਂ ਵਾਲਾ, ਬਾਈ ਆ ਕੇ ਪਾਠ ਆਰੰਭ ਕਰਾਓ, ਆਪਣੇ ਘਰੇ ਰਖਾ ਲਓ, ਚਾਹੇ ਗੁਰਦੁਆਰੇ ਰਖਾ ਲਓ। ਦੂਜੀ ਗੱਲ ਬੜੀ ਪਿਆਰੀ ਕਹਿਤੀ ਜੀ ਕਿ ਭਾਈ 10ਵੇਂ ਦਿਨ ਭੋਗ ਪਾਉਣਾ ਹੈ।
ਘੱਟੋ ਘੱਟ 10 ਦਿਨ ਤਾਂ ਲਵੋ, ਬਾਣੀ ਤਾਂ ਪੜ੍ਹੋ, ਬਾਣੀ ਤਾਂ ਸੁਣੋ। ਪਰ ਅਸੀਂ ਅੱਜ ਬੰਦਾ ਮਰਦਾ ਹੈ ਜੀ ਤੇ ਦੂਏ ਦਿਨ ਅਖੰਡ ਪਾਠ ਸਾਹਿਬ ਰਖਾ ਕੇ 3 ਦਿਨਾਂ ਦੇ ਵਿੱਚ ਕੰਮ ਨਿਬੇੜ ਦਿੰਦੇ ਆ। ਕਿੱਥੇ ਗਿਆ ਜੀ ਸਾਡਾ ਰਹਿਤ ਮਿਲਦਾ ਵਾਲਾ ਇਹ ਪੱਖ ਕਿ 10ਵੇਂ ਦਿਨ ਅਰਦਾਸਾ ਸੋਧਣਾ ਆ। ਅਖੰਡ ਪਾਠ ਸਾਹਿਬ ਇੱਥੇ ਨਾਮ ਤੱਕ ਨਹੀਂ ਲਿਖਿਆ ਹੋਇਆ, ਸ਼ਬਦ ਤੱਕ ਨਹੀਂ ਲਿਖਿਆ ਹੋਇਆ ਕਿ ਅਖੰਡ ਪਾਠ ਵੀ ਕਰਾ ਸਕਦੇ ਹੋ। ਸ਼ਾਇਦ ਬਰੈਕਟ 'ਚ ਪਾਇਆ ਹੋਵੇ, ਬਰੈਕਟ ਵਿੱਚ ਵੀ ਨਹੀਂ ਪਾਇਆ ਹੋਇਆ। ਇਹਦਾ ਮਤਲਬ ਇਹ ਹੈ ਕਿ ਭਾਈ ਮਰਨ ਤੋਂ ਬਾਅਦ ਅਖੰਡ ਪਾਠ ਸਾਹਿਬ ਨਹੀਂ ਕਰਾਉਣਾ, ਸਹਿਜ ਪਾਠ ਕਰਨਾ ਹੈ, ਪਰਿਵਾਰ ਦੇ ਮੈਂਬਰਾਂ ਨੇ ਨਾਲ ਰਲ ਕੇ ਕਰਨਾ ਹੈ, ਤਾਂ ਕਿ ਸਾਨੂੰ ਸਾਡੇ ਮਨ ਨੂੰ ਸੋਝੀ ਆਵੇ ਕਿ ਮੇਰੇ ਮਨਾਂ ਕੀ ਅਸੀਂ ਕਰਨ ਕੀ ਆਇਆ ਦੁਨੀਆ 'ਚ। ਬਾਣੀ ਪੜ੍ਹਨੀ ਆ ਭਾਈ, ਬਾਣੀ ਨੂੰ ਸਮਝਣਾ ਆ। ਤੇ ਅੱਗੇ ਹੁਣ ਲਿਖਿਆ ਕਿ ਰਿਸ਼ਤੇਦਾਰ ਸਾਕ ਸੰਬੰਧੀ ਇਹ ਵੀ ਪਾਠ ਵਿੱਚ ਹਿੱਸਾ ਲੈਣ। ਪਰ ਜਿਵੇਂ ਮੈਂ ਕਿਹਾ ਜੀ, ਸਾਡੇ ਹਾਲ ਹੁਣ ਇਹ ਹੋ ਗਿਆ ਜੀ ਕਿ ਭਾਈ ਸਾਹਿਬ ਰੱਖੇ ਹੋਏ ਆ, ਅਖੰਡ ਪਾਠ ਸਾਹਿਬ ਗੁਰਦੁਆਰਾ ਆਰੰਭ ਕਰਵਾਤਾ ਜੀ, 2 ਦਿਨ ਫਿਰ ਗੁਰਦੁਆਰੇ ਵੜਨਾ ਹੀ ਨਹੀਂ ਹੈ ਜੀ। ਤੇ ਫਿਰ ਤੀਏ ਦਿਨ ਅਸੀਂ ਆਵਾਂਗੇ ਭੋਗ ਵਾਲੇ ਦਿਨ ਜੀ। ਭੋਗ ਵਾਲੇ ਦਿਨ ਦੇ 5 ਮਿੰਟ ਕਿਤੇ ਜਲਦੀ ਭੋਗ ਪਾ ਲਿਆ ਜੀ, ਫਿਰ ਅਸੀਂ ਬੰਦੇ ਇੱਥੇ ਲੜਦੇ ਵੀ ਬਥੇਰੇ ਦੇਖਿਆ ਜੀ। 5 ਮਿੰਟ ਪਹਿਲਾਂ ਭੋਗ ਪਾਤਾ ਸੀ, ਸ਼ਲੋਕ ਸੁਣਨੇ ਸੀਗੇ, ਤੇ ਜਿਹੜਾ 1426 ਅੰਗ ਤੁਸੀਂ ਬਿਨਾਂ ਸੁਣੇ ਲੰਘਾਤੇ, ਉਹ ਕਿੱਧਰ ਗਏ ਜੀ? 4 ਅੰਗ ਸ਼ਲੋਕ ਨਹੀਂ ਤੁਸੀਂ ਸੁਣ ਪਾਏ, ਜਿਹੜੇ 1426 ਅੰਗ ਬਿਨਾਂ ਸੁਣੀ ਲੰਘਾਤੇ, ਉਹਨਾਂ ਦੇ ਕੋਈ ਮਹੱਤਤਾ ਨਹੀਂ ਹੈ, ਉਹਨਾਂ ਦਾ ਕੋਈ ਰੌਲਾ ਨਹੀਂ ਹੈ। ਇਹਨਾਂ ਗੱਲਾਂ ਨੂੰ ਸੰਗਤ ਜੀ ਬਾਬੇ ਨਾਨਕ ਵਾਂਗੂ ਡਟ ਕੇ ਪ੍ਰਚਾਰ ਕਰਨਾ ਪੈਣਾ ਹੈ। ਲੋਕਾਂ ਨੇ ਤਾਂ ਵਿਰੋਧ ਕਰਨਾ ਹੀ ਕਰਨਾ, ਕਿਉਂਕਿ ਸੱਚ ਹਰ ਇੱਕ ਬੰਦੇ ਨੂੰ ਹਜ਼ਮ ਨਹੀਂ ਹੋ ਸਕਦਾ। ਤੇ ਬਾਬਾ ਨਾਨਕ, ਮੈਨੂੰ ਲੱਗਦਾ ਕਿ ਬਾਬਾ ਨਾਨਕ ਇਹ ਸੋਚ ਲੈਂਦਾ, ਯਾਰ ਸ਼ਾਇਦ ਮੇਰੀ ਗੱਲ ਦਾ ਸੱਜਣ ਠੱਗ ਗੁੱਸਾ ਕਰ ਜਾਂਦਾ, ਮੇਰੀ ਗੱਲ ਦਾ ਭਾਈ ਇਹ ਕਾਜੀ ਮੁੱਲਾ ਗੁੱਸਾ ਕਰ ਜਾਣਗੇ, ਜਾਂ ਮੇਰੀ ਗੱਲ ਦਾ ਗੁੱਸਾ ਕਰ ਜਾਣਗੇ ਭਾਈ ਜਿੰਨੇ ਵੀ ਬ੍ਰਾਹਮਣ ਬੈਠੇ ਜਗਨਨਾਥਪੁਰੀ 'ਚ। ਤੇ ਅੱਜ ਬਾਬੇ ਨਾਨਕ ਦਾ ਇਤਿਹਾਸ ਕੁਝ ਹੋਰ ਹੋਣਾ ਸੀਗਾ। ਬਾਬੇ ਨੇ ਕਿਹਾ ਮੈਂ ਸੱਚ ਦੀ ਗੱਲ ਕਰਨੀ ਆ, ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਭਾਈ ਨਾ ਚੰਗੀ ਲੱਗੇ, ਇਹ ਮੇਰੀ ਸਿਰਦਰਦੀ ਨਹੀਂ ਹੈ। ਤੇ ਅਸੀਂ ਵੀ ਡਟ ਕੇ ਪਹਿਰਾ ਦੇਈਏ ਰਹਿਤ ਮਰਿਆਦਾ 'ਤੇ। ਬੜਾ ਖੂਨ ਡੁੱਲਿਆ ਇਹਦੇ ਪਿੱਛੇ, ਬਹੁਤ ਕੁਛ ਕੁਰਬਾਨੀਆਂ ਹੋਈਆਂ। ਬੜੇ ਸਿੱਖਾਂ ਨੇ ਸਿਰ ਜੋੜ ਕੇ ਬੈਠ ਕੇ ਇਹ ਫੈਸਲੇ ਲਿੱਤੇ ਆ ਕਿ ਇੱਕ ਥਾਂ 'ਤੇ ਇੱਕ ਪੰਥ ਨੂੰ ਅਸੀਂ ਇਕੱਠਾ ਕਰਨਾ ਆ, ਇੱਕ ਪਲੇਟਫਾਰਮ 'ਤੇ ਸਾਰਿਆਂ ਨੂੰ ਜੋੜਨਾ ਆ। ਪਰ ਜੇ ਅਸੀਂ ਵੀ ਢਿੱਲ ਮੱਠ ਕਰਾਂਗੇ ਜੀ, ਕੋਈ ਗੱਲ ਨਹੀਂ, ਜੇ ਕੋਈ ਮੰਨਦਾ ਠੀਕ ਹੈ ਜੀ, ਜੇ ਕੋਈ ਨਹੀਂ ਮੰਨਦਾ ਤੇ ਉਹਦੀ ਮਰਜ਼ੀ ਹੈ ਜੀ, ਫਿਰ ਗਲਤ ਹੈ, ਫਿਰ ਅਸੀਂ ਦੋਸ਼ੀ ਆ। ਜੇ ਡਟ ਕੇ ਇਹਦਾ ਪ੍ਰਚਾਰ ਕਰਨਾ ਤੇ ਕੋਈ ਮੰਨੇ ਕੋਈ ਨਾ ਮੰਨੇ, ਸਿੱਧਾ ਕਹੋ ਭਾਈ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਇਹ ਹੈ, ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹਾਂ, ਅਸੀਂ ਤੁਹਾਡਾ ਕੰਮ ਸਾਰੇ ਕਰਾਂਗੇ, ਪਰ ਅਸੀਂ ਰਹਿਤ ਮਰਿਆਦਾ ਦੇ ਮੁਤਾਬਿਕ ਕਰਾਂਗੇ। ਤੁਹਾਨੂੰ ਚੰਗਾ ਲੱਗਦਾ ਜੀ ਆਇਆਂ ਨੂੰ, ਜੇ ਨਹੀਂ ਚੰਗਾ ਲੱਗਦਾ ਕੋਈ ਹੋਰ ਗੁਰਦੁਆਰਾ ਸਾਹਿਬ ਦੇਖ ਲਓ। ਪਰ ਅਸੀਂ ਗੱਲਾਂ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਹੁਣ ਇਹਦੇ ਵਿੱਚ ਲਿਖਿਆ, ਫਿਰ ਸੁਣ ਲਿਓ ਧਿਆਨ ਨਾਲ ਜੀ, ਕਿਉਂਕਿ ਮੈਂ ਕੱਲ੍ਹ ਆਰੰਭ ਕੀਤੀ ਹੈ ਜੀ ਸਾਰੀ ਗੱਲ। ਮੈਂ ਇਕੱਲੇ ਆਰੰਭਤਾ 'ਚ ਕਹਿਤਾ ਸੀਗਾ ਕਿ ਇੱਥੇ ਇੱਕ ਵੀ ਅੱਖਰ ਮੇਰਾ ਨਹੀਂ ਹੈ। ਜੋ ਇਹਦੇ ਵਿੱਚ ਲਿਖਿਆ ਹੋਇਆ ਮੈਂ ਤੁਹਾਨੂੰ ਉਹ ਬੋਲ ਕੇ ਸੁਣਾ ਰਿਹਾ, ਅਤੇ ਉਹਨੂੰ ਥੋੜ੍ਹਾ ਜਿਹਾ ਸਿਰਫ ਮੈਂ ਖੋਲ੍ਹ ਰਿਹਾ ਆ। ਅਤੇ ਕੱਲ੍ਹ ਨੂੰ ਇਹ ਨਾ ਹੋਵੇ ਕਿ ਭਾਈ ਸਾਹਿਬ ਨੇ ਗੱਲ ਕਰੀ ਹੈ, ਜੇ ਮੈਨੂੰ ਲੱਗਦਾ ਕਿ ਆਹ 1.5 ਪੇਜ ਵੀ ਸਾਨੂੰ ਫਿੱਟ ਨਹੀਂ ਪੈਂਦਾ, ਇਹਦਾ ਮਤਲਬ ਇਹ ਹੈ ਕਿ ਅਸੀਂ ਰਹਿਤ ਮਰਿਆਦਾ ਅਤੇ ਅਕਾਲ ਤਖਤ ਸਾਹਿਬ ਦੇ ਦੋਸ਼ੀ ਹਾਂ। ਮੇਰੇ ਦੋਸ਼ੀ ਨਹੀਂ ਹੈ, ਅਕਾਲ ਤਖਤ ਸਾਹਿਬ ਦੇ, ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਮੇਰੀ ਨਹੀਂ ਹੈ। ਹੁਣ ਇਹਦੇ ਵਿੱਚ ਲਿਖਿਆ, ਫਿਰ ਸੁਣ ਲਓ ਜੀ ਧਿਆਨ ਦੇ ਨਾਲ, ਫਿਰ ਇੱਕ ਵਾਰੀ ਪੜ੍ਹਨ ਲੱਗਿਆ ਕਿ ਸੰਗਤ ਨਵੀਂ ਆਈ ਹੈ। ਘਰ ਆ ਕੇ ਗੱਲ ਚੱਲਦੀ ਹੈ ਜੀ ਉਰੇ ਕਿ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ, ਸੰਸਕਾਰ ਕਰਨ ਤੋਂ ਬਾਅਦ ਕੀ ਕਰਨਾ, ਜਦੋਂ ਆਪਾਂ ਨੇ ਸੰਸਕਾਰ ਕਰਤਾ ਉਦੋਂ ਕੀ ਕਰਨਾ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪੁਰਾਣੀ ਨਿਮਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ। ਅਲਾਣੀਆਂ ਦਾ ਜ਼ਿਕਰ ਨਹੀਂ ਹੈ ਜੀ, ਅਲਾਣੀਆਂ ਦਾ ਸਾਡਾ ਮਰਿਆਦਾ ਨਹੀਂ ਹੈ। ਅਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੋਵੇ। 10ਵੇਂ ਦਿਨ ਅਰਦਾਸਾ ਹੋਣ ਦਾ ਮਤਲਬ ਸਹਿਜ ਪਾਠ ਰੱਖਿਆ ਜਾਵੇ। ਇਹਦਾ ਮਤਲਬ ਇਹ ਹੈ ਕਿ ਖੰਡ ਪਾਠ ਦਾ ਵਿਧਾਨ ਵੀ ਸਾਡਾ ਨਹੀਂ ਹੈ। 2 ਗੱਲਾਂ ਖੰਡਨ ਹੋ ਗਈਆਂ ਜੀ, ਅਲਾਣੀਆਂ ਵੀ ਕੱਟੀਆਂ ਗਈਆਂ ਅਤੇ ਅਖੰਡ ਪਾਠ ਸਾਹਿਬ ਵੀ ਕੱਟਿਆ ਗਿਆ ਜੀ। ਅੱਗੇ ਆ ਜਿਓ, ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੋਖ ਨੂੰ ਮੁੱਖ ਰੱਖ ਕੇ ਨਿਯਤ ਕੀਤੀ ਜਾਵੇ। ਇਸ ਪਾਠ ਦੇ ਕਰਨ ਵਿੱਚ ਧਿਆਨ ਦਿਓ ਜੀ, ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਅਤੇ ਸੰਬੰਧੀ ਰਲ ਕੇ ਹਿੱਸਾ ਲੈਣ। ਇਹ ਨਹੀਂ ਕਿ ਸਹਿਜ ਪਾਠ ਰਖਾਤਾ ਜੀ ਇਕੱਲਾ ਭਾਈ ਸਾਹਿਬ ਕਰਨਗੇ, ਨਾ, ਪਰਿਵਾਰ ਦੇ ਮੈਂਬਰ ਵੀ ਟਾਈਮ ਕੱਢ ਕੇ 5 ਮਿੰਟ 10 ਮਿੰਟ ਅੱਧਾ ਘੰਟਾ ਸਹਿਜ ਪਾਠ ਵਿੱਚ ਆਪ ਵੀ ਹਿੱਸਾ ਲੈਣ। ਅੱਗੇ ਸੁਣਿਓ ਜੀ, ਜੇ ਹੋ ਸਕੇ
ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। ਹੁਣ ਨੋਟ ਕਰਿਓ ਜੀ ਗੱਲ ਕਿਉਂ ਲਿਖੀ ਹੈ, ਕਿਉਂਕਿ ਦੇਖੋ ਬੰਦਾ ਚੜ੍ਹਾਈ ਕਰ ਦਿੰਦਾ ਆ, ਫਿਰ ਆਪਾਂ ਕਹਿੰਦੇ ਆ ਕਿ ਮਹੱਲੇ ਵਿੱਚ ਸਾਡਾ ਬੰਦਾ ਚੜ੍ਹਾਈ ਕਰਿਆ, ਚਲੋ ਭਾਈ ਅਫਸੋਸ ਕਰੇ ਆਈਏ। ਨੋਟ ਕਰਿਓ ਜੀ ਗੱਲ, ਚਲੋ ਭਾਈ ਅਫਸੋਸ ਕਰੇ ਆਈਏ। ਹੁਣ ਜ਼ਿਆਦਾ ਜਿਹੜਾ ਸਮਾਂ ਹੁੰਦਾ ਅਫਸੋਸ ਦਾ ਉਹ ਕਿਹੜਾ ਹੁੰਦਾ ਹੈ ਜੀ? ਸ਼ਾਮ ਨੂੰ ਆਪਾਂ ਦੁਕਾਨਾਂ ਤੋਂ ਆਏ ਆ, ਫਿਰ ਆਪਾਂ ਕਹਿੰਦੇ ਕਿ ਚਲੋ 15 ਮਿੰਟ 20 ਮਿੰਟ ਆਪਾਂ ਭਾਈ ਫਲਾਣੇ ਦਾ ਬਾਪੂ ਚੜ੍ਹਾਈ ਕਰ ਗਿਆ, ਬੇਬੇ ਚੜ੍ਹਾਈ ਕਰ ਗਈ, ਆਪਾਂ ਜਾ ਕੇ ਉਹਨਾਂ ਦੇ ਘਰੇ 5 ਮਿੰਟ ਅਫਸੋਸ ਕਰੇ ਆਈਏ। ਹੁਣ ਦੇਖੋ ਨਾ ਕਿੱਡੀ ਡੂੰਘੀ ਗੱਲ ਲਿਖਤੀ ਰਹਿਤ ਮਰਿਆਦਾ ਦੇ ਵਿੱਚ ਵਿਦਵਾਨਾਂ ਨੇ ਕਿ ਜੇ ਹੋ ਸਕੇ ਤਾਂ ਸ਼ਾਮ ਨੂੰ ਕੀਰਤਨ ਵੀ ਕੀਤਾ ਜਾਵੇ। ਕਿਉਂ ਕੀਤਾ ਜਾਵੇ ਜੀ? ਉਹ ਕਿ ਸ਼ਾਮ ਨੂੰ ਮੰਨ ਲਓ 4 ਰਿਸ਼ਤੇਦਾਰ 4 ਆਂਢ ਗੁਆਂਢੀ ਇਕੱਠੇ ਹੋ ਗਏ, ਅਫਸੋਸ ਕਰਨ ਆ ਗਏ, ਅਤੇ ਉਹਨਾਂ ਨੇ ਮਨ ਨੂੰ ਢਹਿੰਦੀ ਕਲਾ ਵੱਲ ਲੈ ਕੇ ਜਾਣਾ। ਉਹ ਕੀ ਆ ਕੇ ਰੋਣਗੇ, ਅਫਸੋਸ ਕਰਨਗੇ, ਚੰਗਾ ਹੁੰਦਾ ਸੀ ਬੰਦਾ ਜੀ, ਉਹਨੂੰ ਯਾਦ ਕਰਨਗੇ। ਪਰ ਜਦੋਂ ਰਿਸ਼ਤੇਦਾਰ ਇਕੱਠੇ ਹੋ ਰਹੇ ਆ, ਆਂਢ ਗੁਆਂਢ ਇਕੱਠਾ ਹੋ ਰਿਹਾ ਅਤੇ ਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਆ, ਅਤੇ ਕੀਰਤਨ ਸਾਡੇ ਮਨ ਨੂੰ ਫਿਰ ਚੜ੍ਹਦੀ ਕਲਾ 'ਚ ਲੈ ਕੇ ਜਾਏਗਾ, ਕਿਉਂਕਿ ਅਸੀਂ ਕੋਈ ਢਹਿੰਦੀ ਕਲਾ ਦੀ ਗੱਲ ਹੀ ਨਹੀਂ ਕਰਨੀ। ਜਦੋਂ ਕੀਰਤਨ ਨਹੀਂ ਹੋਏਗਾ, 4 ਬੰਦੇ ਰਲ ਕੇ ਬੈਠਣਗੇ ਅਤੇ ਮਨ ਸਾਡਾ ਢਹਿੰਦੀ ਕਲਾ ਵੱਲ ਜਾਏਗਾ। ਅਤੇ ਸਾਡੇ ਵਿਦਵਾਨਾਂ ਨੇ ਰਹਿਤ ਮਰਿਆਦਾ ਵਿੱਚ ਲਿਖਤਾ ਕਿ ਜੇ ਹੋ ਸਕੇ ਤੇ ਕੋਸ਼ਿਸ਼ ਕਰੋ ਕਿ ਜਿੰਨਾ ਟਾਈਮ ਭੋਗ ਨਹੀਂ ਪੈਂਦਾ ਉਨਾ ਟਾਈਮ ਰੋਜ਼ ਸ਼ਾਮ ਨੂੰ ਕੀਰਤਨ ਵੀ ਕੀਤਾ ਜਾਵੇ, ਤਾਂ ਕਿ ਸਾਡੇ ਮਨ ਨੂੰ ਬਾਣੀ ਸੁਣਾਈ ਦਿੱਤੀ ਜਾਵੇ ਅਤੇ ਮਨ ਸਾਡਾ ਚੜ੍ਹਦੀ ਕਲਾ 'ਚ ਜਾਵੇ। ਅੱਗੇ ਆ ਜਾਓ ਜੀ। ਹੁਣ ਦੁਸਹਿਰੇ ਦੇ ਪਿੱਛੋਂ ਚਲਾਨੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਆਹ ਗੱਲ ਬੜੀ ਵੱਡੀ ਹੈ ਜੀ। ਦੁਸਹਿਰੇ ਦਾ ਅਰਥ ਕੀ ਹੈ? ਜਿੱਦਣ ਭੋਗ ਪੈ ਗਿਆ, ਅੰਤਿਮ ਅਰਦਾਸ ਹੋ ਗਈ। ਤੁਸੀਂ ਆਪੇ ਅਰਥ ਕਰ ਲਓ ਜੀ। ਅੰਤਿਮ ਅਰਦਾਸ, ਅੰਤਿਮ ਅਰਦਾਸ ਦਾ ਮੀਨਿੰਗ ਕੀ ਹੈ ਕਿ ਇਹ ਲਾਸਟ ਅਰਦਾਸ ਹੋ ਗਈ ਇਸ ਬੰਦੇ ਦੇ ਬਾਬਤ। ਪਰ ਸਾਡੇ ਹੁਣ ਮੁੱਕਦੀਆਂ ਜੀ ਬਰਸੀਆਂ, ਲਾਓ ਸਾਹਿਬ। ਇਹ ਰੋਕਣਾ ਕਿਹਨੇ ਹੈ ਜੀ? ਜਿੰਨਾ ਕੁ ਜ਼ੋਰ ਭਾਈ ਸਾਹਿਬ ਦਾ ਨਾ ਕਿ ਭਾਈ ਸਾਹਿਬ ਨੇ ਵੀ ਰੋਕਣਾ, ਅਤੇ ਉਨੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਹੈ। ਉਹ ਵੀ ਕਵੇ ਕਿ ਨਹੀਂ, ਰਹਿਤ ਮਰਿਆਦਾ ਵਿੱਚ ਲਿਖਿਆ ਜੀ ਅਸੀਂ ਕੋਈ ਬਰਸੀ ਆਪਣੇ ਗੁਰਦੁਆਰੇ ਵਿੱਚ ਨਹੀਂ ਹੋਣ ਦੇਣੀ, ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਹਿੰਦੀ ਹੈ। ਹੁਣ ਫੇਰ ਪੜ੍ਹ ਲਿਓ ਜੀ, ਮੈਂ ਨਹੀਂ ਕੁਛ ਬੋਲਦਾ। ਦੁਸਹਿਰੇ ਦਾ ਮਤਲਬ ਕਿ 10ਵੇਂ ਜਿਹੜਾ ਦਿਨ ਆਪਾਂ ਭੋਗ ਪਾਇਆ ਜੀ, ਦੇ ਪਿੱਛੋਂ ਚਲਾਨੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਹੁਣ ਨੋਟ ਕਰਿਓ ਜੀ, ਬਰਸੀ ਜਿਹੜੀ ਕਰਦੇ ਆ ਸਾਲ ਬਾਅਦ, ਉਹ ਸਾਲ ਬਾਅਦ ਨਹੀਂ ਕਰਦੇ, ਉਹ 11ਵੇਂ ਮਹੀਨੇ 'ਚ ਕਰਦੇ ਆ। ਉਹਦਾ ਵੀ ਕਾਰਨ ਹੈ। ਉਹਦਾ ਕਾਰਨ ਇਹ ਹੈ ਕਿ ਗਰੁੜ ਪੁਰਾਣ ਕਹਿੰਦਾ ਆ ਕਿ ਪ੍ਰਾਣੀ ਜਦੋਂ ਮਰ ਜਾਂਦਾ ਹੈ ਨਾ ਜੀ, ਉਹ ਨਰਕ 'ਚ ਹੈ, ਉਹ ਸਵਰਗ 'ਚ ਹੈ। 11 ਮਹੀਨੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਆ, 12ਵੇਂ ਤੋਂ ਬਾਅਦ ਦਰਵਾਜ਼ੇ ਬੰਦ ਹੋ ਜਾਣੇ ਆ। ਮੰਨ ਲਓ ਸਾਡਾ ਬਾਪੂ ਜੇ ਚੰਗੇ ਕਰਮ ਕਰਕੇ ਗਿਆ ਤਾਂ ਸਵਰਗ 'ਚ ਬੈਠਾ, ਜੇ ਮਾੜੇ ਕਰਮ ਕਰਕੇ ਗਿਆ ਤਾਂ ਉਹ ਨਰਕ 'ਚ ਬੈਠਾ। ਸਿੱਧੀ ਜਿਹੀ ਗੱਲ ਹੈ ਜੀ। ਦਰਵਾਜ਼ੇ ਖੁੱਲ੍ਹੇ ਨੇ, ਜਿਹੜਾ ਉਹਨੂੰ ਕਮਰਾ ਉੱਪਰ ਮਿਲਿਆ ਨਰਕ ਜਾਂ ਸਵਰਗ ਵਿੱਚ, ਉਹਦਾ ਦਰਵਾਜ਼ਾ ਖੁੱਲ੍ਹਾ। ਹੁਣ ਜੇ ਤੁਸੀਂ ਕੋਈ ਉਹਨੂੰ ਸਮਾਨ ਭੇਜਣਾ, ਜੇ ਤੁਸੀਂ ਉਹਨੂੰ ਯਾਦ ਕਰਨਾ ਆ, ਤਾਂ ਹੀ ਤੁਹਾਡਾ ਸਮਾਨ ਭੇਜਿਆ ਉਹਦੇ ਕੋਲ ਪ੍ਰਵਾਨ ਹੈ। ਜੇ ਤੁਸੀਂ 11ਵੇਂ ਮਹੀਨੇ ਵਿੱਚ ਕਰ ਦੋਗੇ, ਇਹ ਬਾਹਮਣ ਦੀ ਚਾਲ ਸੀਗੀ ਕਿ ਹਰ ਸਾਲ ਮੈਂ ਇਹਨਾਂ ਨੂੰ ਫਸਾ ਕੇ ਰੱਖਣਾ। ਬੰਦਾ ਤਾਂ ਮਰ ਗਿਆ, ਨਿਬੜ ਗਿਆ, ਹਰ ਸਾਲ ਇਹਨਾਂ ਨੂੰ ਮੈਂ ਇੱਕ ਡੇਟ ਦੇ ਦੇਣੀ ਆ ਕਿ ਆਹ ਡੇਟ ਆ ਭਾਈ, ਤੁਸੀਂ ਹਰ ਸਾਲ ਬਰਸੀ ਕਰਨੀ ਆ ਆਪਣੇ ਭਾਪੇ ਦੀ, ਆਪਣੀ ਬੀਬੀ ਨੂੰ ਯਾਦ ਕਰਨਾ ਆ, ਅਤੇ ਮੈਨੂੰ ਕੁਝ ਨਾ ਕੁਝ ਦੇਣਗੇ। ਹੁਣ ਅਸੀਂ ਬੰਦ ਨਹੀਂ ਕਰਦੇ ਜੀ ਆਹ ਚੀਜ਼ਾਂ। ਇੱਥੇ ਬੈਠ ਕੇ ਮੈਂ ਹਜ਼ਾਰਾਂ ਵਾਰੀ ਕਹਿ ਚੁੱਕਾ ਜੀ ਕਿ ਜਦੋਂ ਪ੍ਰਾਣੀ ਮਰ ਜਾਂਦਾ ਉਦੋਂ ਬਿਸਤਰੇ, ਭਾਂਡੇ, ਸੂਟ, ਚੱਪਲ ਦੇਣੀ, ਇਹ ਸਾਰੀ ਕੀ ਹੈ ਜੀ? ਮਨਮੱਤ ਹੈ। ਪਰ ਮੰਨਦਾ ਹੀ ਨਹੀਂ ਕੋਈ। ਗਰੁੜ ਪੁਰਾਣ 'ਚ ਕਈ ਚੀਜ਼ਾਂ ਲਿਖੀਆਂ ਹੋਈਆਂ। ਛਤਰੀ ਲਿਖੀ ਹੋਈ ਹੈ ਜੀ, ਉਹਨਾਂ ਨੇ ਕੁੰਡੀ ਲਿਖੀ, ਜਿਹੜੀ ਆਪਾਂ ਫੜਦੇ ਨਾ ਬਜ਼ੁਰਗ ਵੇਲੇ, ਸੋਟੀ, ਔਰ ਲਿਖੀ ਹੋਈ ਹੈ। ਬੈਟਰੀ ਲਿਖੀ ਹੋਈ ਹੈ, ਚੱਪਲਾਂ ਲਿਖੀਆਂ ਹੋਈਆਂ, ਬਿਸਤਰੇ ਲਿਖਿਆ। ਫਿਰ ਤੁਸੀਂ ਦੇਖੋ, ਇੱਕ ਥਾਲ, ਇੱਕ ਕੌਲੀ, ਇੱਕ ਚਮਚਾ, ਇੱਕ ਗਲਾਸ, ਇਹ ਲਿਖਿਆ ਹੋਇਆ ਜੀ। ਜੇ ਕਿਸੇ ਨੂੰ ਕਹਿ ਦਈਏ ਕਿ ਭਾਈ ਸਾਹਿਬ ਨਾ ਦਿਆ ਕਰੋ, ਫਿਰ ਸਾਡੇ ਕੋਲ ਜਵਾਬ ਪਤਾ ਕੀ ਹੈ ਜੀ? ਚਲੋ ਜੀ ਬਹਾਨੇ ਨਾਲ ਗੁਰਦੁਆਰੇ ਦੇ ਹੋ ਜਾਂਦਾ। ਫਿਰ ਸੋਚੀਦਾ ਹੁੰਦਾ ਜੀ ਜਵਾਬ ਦੇਣ 'ਤੇ ਆਈਏ, ਫਿਰ ਸੋਚੀਦਾ ਕਿ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਫਿਰ ਅਸੀਂ, ਕਿਉਂਕਿ ਮੈਨੂੰ ਪਤਾ ਹੁੰਦਾ ਮੰਨਣਾ ਕਿਸੇ ਨੂੰ ਹੁੰਦਾ ਨਹੀਂ ਹੈ ਜੀ। ਜੇ ਗੱਲ ਫਿਰ ਜ਼ਿਆਦਾ ਕਰਾਂਗੇ ਫਿਰ ਅਗਲਾ ਗੁੱਸਾ ਕਰ ਜਾਂਦਾ ਆ, ਫਿਰ ਘੁੰਮ ਘੁੰਮਾ ਕੇ ਗੱਲ ਭਾਈ ਸਾਹਿਬ 'ਤੇ ਆ ਜਾਣੀ ਹੈ, ਉਹ ਕੀ ਸੱਚ ਬਰਦਾਸ਼ਤ ਹੋਣਾ ਨਹੀਂ ਹੈ, ਫਿਰ ਚੁੱਪ ਕਰ ਜੀਦਾ। ਫਿਰ ਕਹੀਦਾ ਕਿ ਨਾ ਕਰੋ ਭਾਈ ਸਾਹਿਬ ਇੱਦਾਂ ਨਹੀਂ, ਭਾਈ ਸਾਹਿਬ ਜੀ ਬਹਾਨੇ ਨਾਲ ਗੁਰਦੁਆਰਾ ਸਾਹਿਬ ਨੂੰ ਚੀਜ਼ ਬਣ ਜਾਂਦੀ ਹੈ। ਅਤੇ ਫਿਰ ਸੋਚੀਦਾ ਕਿ ਮਰਨ ਤੋਂ ਬਾਅਦ ਹੀ ਯਾਦ ਆਉਂਦਾ ਕਿ ਅਸੀਂ ਗੁਰਦੁਆਰੇ ਕੁਝ ਦੇਣਾ, ਆਪਣੀ ਧੀ ਪੁੱਤ ਦੇ ਆਨੰਦ ਕਾਜ 'ਤੇ ਕੁਛ ਦੇ ਦਿਓ। ਵੈਸੇ ਬਥੇਰਾ ਟਾਈਮ ਪਿਆ, ਉਦੋਂ ਕੁਛ ਦੇ ਦਿਓ। ਰੋਜ਼ ਦਿਨ ਚੜ੍ਹਦਾ ਨਵਾਂ, ਉਦੋਂ ਦੇ ਦਿਓ। ਅਸੀਂ ਦੇਣਾ ਹੀ ਉਦੋਂ ਹੈ
क्योंकि सानू साडे दिमाग 'ਚ गल बह गई है कि साडे आ समान दिता, साडा बेबे बापू कोल पहुँचना है। इत्थे हुण बरसी का कोई विधान नहीं है जी। कोई भी सतगुर जी आप मर्यादा कहंदियां कि जदों अंतिम अरदास हो गई उस तो बाद बरसी करनी, उस तो बाद 13वां करना, उस तो बाद कोई 6 महीने बाद याद करना। मैनूं नहीं लगता कि जदों साडे घर विच कोई पुरानी चढ़ाई कर जाए, एक भी दिन साडा ऐसा लंघिया होवे जदों असीं उहनूं याद ना करिए। लंघदा जी कोई ऐसा दिन? रोज़ याद आउंदा है। फिर असीं कहंदे जी उहदी मिठी याद दे विच ते मुड़ के 9 मंद की असीं 1 साल याद ही नहीं कीता। ਰਹਿਤ ਮਰਿਆਦਾ ਦੇ ਵਿੱਚ ਲਿਖਿਆ ਜੀ ਜਦੋਂ ਅੰਤਿਮ ਅਰਦਾਸ ਹੋ ਗਈ, ਅੰਤਿਮ ਅਰਦਾਸ ਤੋਂ ਬਾਅਦ ਕੋਈ 13ਵਾਂ ਨਹੀਂ ਕਰਨਾ ਜੀ, ਕੋਈ ਅਸੀਂ ਸਵੇ ਮਹੀਨੇ ਬਾਅਦ ਕੋਈ ਬਰਸੀ ਨਹੀਂ ਕਰਨੀ, ਕੋਈ ਸਾਲ ਬਾਅਦ ਬਰਸੀ ਨਹੀਂ ਕਰਨੀ। ਜਿਹੜਾ ਇਹ ਸਮਾਨ ਦਿੰਦੇ ਆ ਐਸਾ ਕੋਈ ਸਮਾਨ ਨਹੀਂ ਦੇਣਾ ਆ, ਇਹ ਸਮਾਨ ਦੇਣਾ ਮਨ ਮੱਤ ਹੈ। ਹੁਣ ਮੈਂ ਛੋਟੀ ਜਿਹੀ ਗੱਲ ਜ਼ਿਆਦਾ ਨਹੀਂ ਡੂੰਘੀਆਂ ਉਤੋਂ ਕਿਉਂਕਿ ਮੇਰੇ 2 ਪੈਰੇ ਹੋਰ ਪਏ ਆ, ਤੁਸੀਂ ਦੇਖਿਓ ਸ਼ਾਇਦ ਤੁਹਾਡੇ ਵਿੱਚੋਂ ਜੇ ਕਿਸੇ ਨੇ ਦਿੱਤਾ ਹੋਵੇ ਨਾ ਜੀ। ਜਦੋਂ ਤੁਸੀਂ ਰਜ਼ਾਈ ਦਿੰਦੇ ਹੋ ਨਾ ਗੁਰੂ ਘਰ 'ਚ ਮਰਨ ਵੇਲੇ, ਦੇਖਿਓ ਉਹਦੇ ਟਾਂਕੇ ਨਹੀਂ ਲਾਏ ਹੁੰਦੇ ਜੀ, ਉਹ ਖੁੱਲ੍ਹਾ ਛੱਡਿਆ ਹੁੰਦਾ। ਰਜ਼ਾਈ ਜਿਹੜੀ ਦਿੰਦੇ ਆ ਨਾ ਆਪਾਂ ਜੀ, ਉਹਦੇ ਟਾਂਕੇ ਨਹੀਂ ਲਾਉਂਦੇ, ਉਹ ਖੁੱਲ੍ਹੀ ਛੱਡੀ ਹੁੰਦੀ ਆ। ਉਹ ਕਦੇ ਹੁਣ ਬਹਿ ਕੇ ਸੋਚਿਓ ਕਿ ਕਿਉਂ, ਪਤਾ ਹੀ ਨਹੀਂ ਜੀ ਪਿੱਛੋਂ ਬਾਪੂ ਕਰਦੇ, ਸਾਡੇ ਬਜ਼ੁਰਗ ਕਰਦੇ ਆਉਂਦੇ ਆ। ਇਹ ਤਾਂ ਸਾਨੂੰ ਜਿਹੜੀ ਮਰਿਆਦਾ ਨਾ ਸੰਗਤ ਜੀ, ਫਿਰ ਬੇਨਤੀ ਕਰਦੇ ਹਾਂ, ਪਤਵੰਦੇ ਸੱਜਣ ਬੈਠੇ ਆ ਵੀਰ ਜੀ ਹੋਣੇ, ਮੈਂ ਕਹਿੰਦਾ ਇਸ ਮਰਿਆਦਾ ਦਾ ਬਹੁਤ ਵੱਡੇ ਪੱਧਰ 'ਤੇ ਸੈਮੀਨਾਰ ਹੋਣਾ ਚਾਹੀਦਾ ਜੀ। ਜਿੰਨੇ ਕੁ ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੀਦੀ ਆ, ਅਤੇ ਮੈਨੂੰ ਲੱਗਦਾ ਕਿ ਘਰ ਘਰ 'ਚ ਵੜ ਕੇ ਸਾਨੂੰ ਇਸ ਮਰਿਆਦਾ ਦਾ ਪ੍ਰਚਾਰ ਕਰਨਾ ਚਾਹੀਦਾ। ਬੜੇ ਤਕੜੇ ਕਰਮ ਕਾਂਡਾਂ 'ਚ ਸਾਨੂੰ ਕੱਢਤਾ ਸਾਡੀ ਇਸ ਮਰਿਆਦਾ ਨੇ, ਪਰ ਅਸੀਂ ਜ਼ੋਰ ਨਹੀਂ ਦਿੱਤਾ ਜੀ। ਵੱਡੀ ਤਕੜੀ ਮਿਹਨਤ ਸੀਗੀ, ਜਿਹੜੀ ਮਿਹਨਤ ਜ਼ੀਰੋ ਕਰਤੀ ਅਸੀਂ। ਸਾਡੇ ਗੁਰਦੁਆਰੇ ਨਹੀਂ ਰਹੇ ਜੀ ਅੱਜ, ਮੈਨੂੰ ਮਾਫ਼ ਕਰੋ ਗੱਲ ਵੱਡੀ ਕਹਿਣ ਲੱਗਾ, ਸਾਡੇ ਗੁਰਦੁਆਰੇ ਨਹੀਂ ਰਹੇ ਆ ਜੀ। ਗੁਰਦੁਆਰੇ ਦਾ ਮੀਨਿੰਗ ਪੜ੍ਹਿਓ, ਧਰਮਸ਼ਾਲਾ ਕਿਹਾ ਜਾਂਦਾ ਸੀਗਾ, ਚਟਸਾਲ ਕਿਹਾ ਜਾਂਦਾ ਸੀਗਾ, ਇੱਥੋਂ ਕੁਝ ਸਿੱਖਣਾ ਸੀਗਾ। ਪਰ ਇੱਥੇ ਇਕੱਲਾ ਮਸਲਾ ਸ਼ਰਧਾ ਦਾ ਰਹਿ ਗਿਆ, ਮੱਥਾ ਟੇਕੋ, ਪ੍ਰਸ਼ਾਦ ਲਓ ਅਤੇ ਘਰ ਚਲੇ ਜਾਓ। ਸਿੱਖਿਆ ਕੀ ਜੀ? ਜਿਵੇਂ ਸਕੂਲ ਬੱਚਾ ਚਲੇ ਜਾਵੇ, ਬਹਿ ਕੇ ਮੁੜ ਆਵੇ, ਅਸੀਂ ਕਹੀ ਪੁੱਤਰ ਕੀ ਕੀਤਾ ਆ? ਇਹ ਸਾਡੇ ਵਾਲਾ ਸਕੂਲ ਸੀਗਾ, ਇੱਕ ਅਧਿਆਤਮਿਕ ਪੱਧਰ ਦਾ, ਸੰਸਾਰਿਕ ਪੱਧਰ ਦਾ, ਜੀਵਨ ਜਿਉਣ ਦੀ ਜੁਗਤਿਕ ਸਕੂਲ ਸੀਗਾ ਇਹ। ਇੱਥੋਂ ਕੁਝ ਨਾ ਕੁਝ ਮੈਂ ਜੀਵਨ ਜੀਣ ਦੇ ਤਰੀਕੇ ਸਿੱਖਣੇ ਸੀਗੇ, ਪਰ ਮੈਂ ਤਾਂ ਕੁਝ ਸਿੱਖ ਕੇ ਨਹੀਂ ਗਿਆ ਜੀ, ਮੈਂ ਕੁਝ ਲੈ ਕੇ ਨਹੀਂ ਗਿਆ, ਕਿਉਂਕਿ ਮੈਂ ਇੱਧਰ ਧਿਆਨ ਦਿੱਤਾ ਹੀ ਨਹੀਂ ਹੈ। ਹੁਣ ਤੁਸੀਂ ਦੱਸੋ ਕੋਈ ਗੱਲ ਮਾੜੀ ਲਿਖੀ ਹੈ ਜੀ ਇਹਦੇ ਵਿੱਚ? ਇਹੀ ਗੱਲ ਲਿਖੀ ਬਰਸੀ ਨਹੀਂ ਕਰਨੀ ਜੀ। ਹੁਣ ਅੱਜ ਵੱਡੇ ਤੋਂ ਵੱਡੇ ਮਹਾਂਪੁਰਸ਼ ਕੋਈ ਮਰ ਜਾਂਦਾ, ਸਾਲ ਬਾਅਦ ਉਹਨਾਂ ਦੀ ਬਰਸੀਆਂ ਦੇ ਉੱਤੇ ਕਿੰਨਾ ਇਕੱਠ ਹੁੰਦਾ ਜੀ। ਕੋਈ ਸਾਡਾ ਜਥੇਦਾਰ ਬੋਲਦਾ ਜੀ, ਅਤੇ ਕੋਈ ਸਾਡਾ ਆਗੂ ਬੋਲਦਾ, ਉਹ ਆਪ ਜਾ ਕੇ ਏਡੀ ਏਡੀ ਬਰਸੀਆਂ 'ਤੇ ਕਥਾਵਾਂ ਕਰਦੇ ਆ। ਕੋਈ ਵੀ ਨਹੀਂ ਗੱਲ ਕਹਿੰਦਾ ਉੱਥੇ ਬਹਿ ਕੇ ਕਿ ਭਾਈ ਸਾਹਿਬ ਬਰਸੀਆਂ ਮਨਾਉਣੀਆਂ ਮਨ ਮੱਤ ਹੈ, ਗੁਰਮਤ ਦੀ ਕਸਵੱਟੀ 'ਤੇ ਗਲਤ ਗੱਲ ਹੈ, ਨਹੀਂ ਬੋਲਦਾ। ਉਹ ਕਿ ਮਸਲਾ ਪੇਟ ਦਾ ਆ, ਮਸਲਾ ਪੈਸੇ ਦਾ ਆ। ਹੁਣ ਇਹਦੇ ਵਿੱਚ ਸਪਸ਼ਟ ਲਿਖਤਾ ਜੀ, ਨਾ ਕੋਈ 13ਵਾਂ ਕਰਨਾ, ਨਾ ਕੋਈ ਅੰਤਿਮ ਅਰਦਾਸ ਤੋਂ ਬਾਅਦ ਉਹਦੀ ਯਾਦ ਵਿੱਚ ਕੋਈ ਸਾਲ ਬਾਅਦ 6 ਮਹੀਨੇ ਬਾਅਦ ਕੋਈ ਸਮਾਗਮ ਨਹੀਂ ਕਰਨਾ ਆ। ਗੁਰੂ ਮਾਲਕ ਦੀ ਕਿਰਪਾ ਸਦਕਾ ਜਦੋਂ ਮੈਂ ਅਰਦਾਸ ਕਰਦਾ ਨਾ, ਕੋਈ ਕਰਾਉਣਾ ਹੁਣ ਮਜਬੂਰੀ ਹੈ, ਡਿਊਟੀਆਂ ਕਰਨੀ ਪੈਂਦੀ ਹੈ, ਉਦੋਂ ਕਹਿੰਦਾ ਕਿ ਜੀ ਅਰਦਾਸ ਕਰ ਦਿਓ ਵਿਛੜੀ ਰੂਹਾਂ ਲਈ। ਮੈਂ ਕਦੇ ਸ਼ਬਦ ਨਹੀਂ ਵਰਤਦਾ ਕਿ ਸਤਿਗੁਰ ਦੀ ਵਿਛੜੀ ਰੂਹਾਂ ਨੂੰ ਆਪਣੀ ਦੂਜੀ ਵਾਰੀ, ਉਦੋਂ ਇੱਕ ਵਾਰੀ ਅਰਦਾਸ ਹੋ ਗਈ, ਦੂਜੀ ਵਾਰੀ ਜਿਸ ਪਰਿਵਾਰ ਨੇ ਅਰਦਾਸ ਕਰਵਾਈ ਹੈ, ਤੁਸੀਂ ਕਦੇ ਵੀ ਸੁਣ ਲਿਓ ਮੇਰੇ ਤੋਂ, ਮੈਂ ਉਸ ਪਰਿਵਾਰ ਦਾ ਨਾਮ ਲੈ ਕੇ ਉਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਮੈਂ ਕਦੇ ਨਹੀਂ ਕਹਿੰਦਾ ਜੀ ਕਿ ਫਲਾਣੇ ਵੱਲੋਂ ਫਲਾਣੇ ਦੀ ਯਾਦ ਵਿੱਚ ਅਰਦਾਸ ਕਰਾਈ ਗਿਆ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਕਮਲਾਂ ਪਾਸ ਨਿਵਾਸ ਬਖਸ਼ੋ। ਇੱਕ ਵਾਰੀ ਹੋ ਗਿਆ ਬਸ ਠੀਕ ਹੈ, ਬਾਰ ਥੋੜ੍ਹੀ ਗੱਲਾਂ ਕਰਨੀਆਂ। ਹੁਣ ਇਹਦੇ ਵਿੱਚ ਸਪਸ਼ਟ ਲਿਖਤਾ ਜੀ। ਹੁਣ ਅੱਗੇ ਆ ਜਿਓ ਜੀ, ਜਿਹੜੇ ਅਸੀਂ ਕਰਮਕਾਂਡ ਕਰਦੇ ਹਾਂ ਕਿ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ 'ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ। ਹੁਣ ਅਸੀਂ ਇੱਥੋਂ ਨਹੀਂ ਨਿਕਲ ਪਾਏ ਜੀ। ਚੰਗੇ ਨਿਤਨੇਮ ਹੀ ਦੇਖੇ ਆ ਜੀ ਮੈਂ, ਜਦੋਂ ਜਾਈਦਾ ਨਾ ਦੂਜੇ ਦਿਨ ਅੰਗੀਠਾ, ਪਹਿਲੇ ਤਾਂ ਗੱਲ ਆ ਕਿ ਇੱਥੇ ਲਿਖਿਆ ਠੰਡਾ ਹੋਣ 'ਤੇ, ਠੰਡੇ ਹੋਣ ਨੂੰ ਜੇ ਸਵੇਰੇ ਠੰਡਾ ਹੋ ਜਾਵੇ, ਮੰਨ ਲਓ ਜੀ ਆਪਾਂ ਅੱਜ 10 ਵਜੇ ਸੰਸਕਾਰ ਕੀਤਾ, ਦੂਜੇ ਦਿਨ ਜੇ 8 ਵਜੇ ਤੱਕ ਉਹ ਠੰਡਾ ਹੋ ਜਾਵੇ, ਅਤੇ ਤੁਸੀਂ ਦੂਜੇ ਦਿਨ ਵੀ ਜਾ ਕੇ ਅੰਗੀਠੇ ਨੂੰ ਸਮੇਟ ਸਕਦੇ ਹੋ। ਪਰ ਅਸੀਂ ਕਹਿੰਦੇ ਜੀ ਕੱਲ੍ਹ ਮੰਗਲਵਾਰ ਆ ਜੀ, ਮੰਗਲਵਾਰ ਅੰਗੀਠਾ
ਨਹੀਂ ਕਰਨਾ ਜੀ। ਕੱਲ੍ਹ ਬੁੱਧਵਾਰ ਆ ਭਾਈ ਸਾਹਿਬ, ਬੁੱਧਵਾਰ ਦਾ ਪਰਹੇਜ਼ ਕਰਨਾ। ਵਾਰ ਆ ਜੀ, ਵੱਡਾ ਵਾਰ, ਸ਼ਨੀਵਾਰ ਨੂੰ ਵੱਡਾ ਵਾਰ ਕਹਿ ਦਿੰਦੇ। ਸ਼ਨੀਵਾਰ ਆ ਜੀ, ਸ਼ਨੀਵਾਰ ਆਪਾਂ ਅੰਗੀਠਾ ਨਹੀਂ ਸਾਂਭਣਾ ਜੀ। ਫਿਰ ਚਲੋ ਉੱਥੇ ਚਲੇ ਜਾਂਦੇ ਆ ਜੀ। ਚਲੇ ਜਾਣ ਤੋਂ ਪਹਿਲਾਂ ਫਿਰ ਉੱਥੇ ਸਾਡੀ ਤਾਂ ਕੋਈ ਮੰਨਦਾ ਨਹੀਂ ਹੈ, ਉਹਨਾਂ ਦੀ ਬਹੁਤ ਮੰਨਦੇ ਆ। ਅਸੀਂ ਕੁਝ ਲੈਣਾ ਵੀ ਨਹੀਂ ਹੁੰਦਾ, ਅਸੀਂ ਚਾਹੁੰਦੇ ਪਿਆਰ ਮੁਹੱਬਤ ਨਾਲ। ਉਹ ਅਗਲੇ ਕਹਿ ਦਿੰਦੇ ਕਿ 500 ਰੁਪਇਆ ਰੱਖੋ ਜੀ। ਹੁਣ 5 ਕਣਾਂ ਜੀ ਉਤਰ ਗਈਆਂ। ਫਿਰ ਮਾफ़ ਕਰੋ ਗੱਲ ਕਹਿਣ ਲੱਗਾ, ਵੱਡੀ ਕਿਰਪਾਨ ਵਾਲਾ ਵੀ ਪੰਡਤ ਦੇ ਪਿੱਛੇ ਰੱਖ ਕੇ 500 ਰੁਪਇਆ ਰੱਖਦਾ। ਬਰਫੀ ਦਾ ਡੱਬਾ ਮੰਗਵਾਉਂਦਾ ਉਹ, ਫਿਰ ਕੇਲਾ ਦਰਜਨ ਮੰਗਵਾਉਂਦਾ ਆ, ਫਿਰ ਸੇਬ ਮੰਗਵਾਉਂਦਾ, ਘਰ ਤੋਂ ਕਾਲੇ ਛੋਲੇ ਬਣਾ ਕੇ ਲੈ ਕੇ ਜਾਂਦਾ, ਲੱਸੀ ਲੈ ਕੇ ਜਾਂਦਾ ਆ। ਦੇਖੋ ਨਾ ਕੀ ਹੁੰਦਾ ਜਦੋਂ ਆਪਾਂ ਅੰਗੀਠਾ ਸਮੇਟਦੇ ਉੱਥੇ ਜੀ। ਸਾਡੇ ਸਾਹਮਣੇ ਜੀ ਗੱਲਾਂ ਇਹ। ਉਹ ਫਿਰ ਸਾਰੀ ਉਹ ਕਹਿੰਦਾ ਜੀ ਫਿਰ ਲੱਸੀ ਦੇ ਵਿੱਚ ਪਾਓ ਜੀ, ਫਿਰ ਹੱਡੀਆਂ ਨੂੰ ਵੱਖ ਕਰ ਲੈਂਦਾ, ਸਵਾਹ ਨੂੰ ਵੱਖ ਕਰ ਲੈਂਦਾ ਆ। ਇਹ ਸਾਡੀ ਮਰਿਆਦਾ ਨਹੀਂ ਹੈ। ਸਾਡੀ ਮਰਿਆਦਾ ਕੀ ਲਿਖਿਆ ਜੀ? ਸਿੱਧਾ ਲਿਖਤਾ ਜੀ ਕਿ ਭਾਈ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਪ੍ਰਵਾਹ ਕੀਤੀ ਜਾਵੇ। ਸਾਰੀ ਅਸੀਂ ਸਮੇਟ ਲੈਣੀ ਹੈ, ਵੱਖ ਨਹੀਂ ਕਰਨੀ। ਸਵਾਹ ਅਤੇ ਹੱਡੀਆਂ ਨੂੰ ਵੱਖ ਨਹੀਂ ਕਰਨਾ ਆ। ਅਸੀਂ ਸਾਰਾ ਇੱਦਾਂ ਹੀ ਅੰਗੀਠਾ ਸਮੇਟ ਲੈਣਾ, ਇੱਦਾਂ ਹੀ ਇਕੱਠਾ ਕਰ ਲੈਣਾ। ਫਿਰ ਤੁਸੀਂ ਉਹਨੂੰ ਆਪਣੇ ਜਿਹੜਾ ਤੁਸੀਂ ਲੈ ਕੇ ਬੋਰਾ ਥੈਲਾ ਉਹਦੇ 'ਚ ਪਾ ਲੈਣਾ ਆ। ਹੁਣ ਅੱਗੇ ਜਲ ਪ੍ਰਵਾਹ, ਉਹ ਤੋਂ ਪਹਿਲਾਂ ਵੀ ਇੱਕ ਹੋਰ ਹੈ ਜੀ। ਫਿਰ ਤੁਸੀਂ ਕਈ ਸਿਆਣੇ ਹੁੰਦੇ ਆ ਨਾ, ਉਹ ਕਹਿੰਦੇ ਕਿ ਪਿੱਛੇ ਰੱਖ ਲਓ ਡਿੱਗੀ 'ਚ। ਨੋਟ ਕਰਿਓ ਜੀ ਗੱਲ, ਇਹ ਵੀ ਹਾਸੋ ਹੋਈ ਨਹੀਂ ਗੱਲ। ਡਿੱਗੀ 'ਚ ਰੱਖ ਲਓ ਜੀ, ਸਵਾਏ ਆ ਹੁਣ ਤਾਂ ਮਿੱਟੀ ਹੋ ਗਈ ਹੈ। ਉਹ ਕਹਿਣਗੇ ਨਹੀਂ ਸਾਡਾ ਬਾਪੂ ਹੈ, ਅਗਲੀ ਸੀਟ 'ਤੇ ਬੈਠੇਗਾ। ਹੁੰਦਾ ਨਾ ਜੀ ਇਹ। ਹੁਣ ਤਾਂ ਲੋਕਾਂ ਕੋਲ ਚਲੋ ਆਪਣੀਆਂ ਗੱਡੀਆਂ ਆ ਗਈਆਂ। ਧਿਆਨ ਦਿਓ ਸੰਗਤ ਜੀ, ਲੋਕ ਇੱਥੋਂ ਕੀਰਤਪੁਰ ਸਾਹਿਬ ਜਾਂਦੇ ਸੀਗੇ ਜਾਂ ਹਰਿਦੁਆਰ ਜਾਂਦੇ ਸੀਗੇ, ਲੋਕ ਉਹਦੀ ਟਿਕਟ ਵੀ ਲੈ ਕੇ ਜਾਂਦੇ ਸੀਗੇ ਥੈਲੇ ਦੀ, ਕਿ ਸਾਡਾ ਪਾਪਾ ਇਹ, ਟਿਕਟ ਵੀ ਦੇ ਦਿਓ ਜੀ ਇਹਦੀ। ਹੁਣ ਦੇਖੋ ਨਾ ਕਿੱਡਾਂ ਦੀ ਮਨਮੱਤਾਂ ਫੈਲੀਆਂ ਹੋਈਆਂ। ਫਿਰ ਮੈਂ ਇਹ ਵੀ ਦੇਖਿਆ ਜੀ, ਸ਼ਮਸ਼ਾਨ ਘਾਟ ਜਦੋਂ ਥੈਲਾ ਚੁੱਕਦਾ, ਧੀ ਪੁੱਤ ਕੋਈ ਵੀ ਚੁੱਕਦਾ, ਫਿਰ ਉਹ ਕਹਿੰਦਾ ਜੀ, ਕਿਉਂਕਿ ਖੜੇ ਹੁੰਦੇ ਨਾ ਉੱਥੇ ਬਜ਼ੁਰਗ ਖੜੇ ਹੁੰਦੇ ਜਿਨ੍ਹਾਂ ਨੇ PhD ਕੀਤੀ ਹੁੰਦੀ ਹੈ ਸਾਰੇ ਕੰਮ 'ਤੇ। ਫਿਰ ਕਹਿੰਦੇ ਜੀ ਆਵਾਜ਼ ਮਾਰ ਲਾ ਕਿ ਪਾਪਾ ਜੀ ਆ ਚੱਲਿਓ। ਉਹ ਫਿਰ ਆਵਾਜ਼ ਮਾਰਦਾ ਕਿ ਪਾਪਾ ਜੀ ਆ ਜਾਓ। ਉਹਨੂੰ ਆਏ ਕਹਿੰਦੇ ਪਾਪਾ ਜੀ ਸ਼ਮਸ਼ਾਨ ਘਾਟ ਤੋਂ ਘਰ ਵੱਲ ਨੂੰ ਨਾ ਹੋ ਲਵੇ, ਅਸੀਂ ਇੱਧਰ ਛੱਡਣਾ ਆ। ਕਿਤੇ ਪਾਪਾ ਫਿਰ ਘਰੇ, ਮੇਰੇ ਤੋਂ ਪਹਿਲਾਂ ਪਾਪਾ ਘਰੇ ਬੈਠਾ ਹੋਵੇ। ਉਹ ਫਿਰ ਪਾਪਾ ਜੀ ਨੂੰ ਆਵਾਜ਼ ਮਾਰਦਾ ਕਿ ਪਾਪਾ ਜੀ ਆ ਜਾਓ। ਫਿਰ ਉਹਨੂੰ ਪਹਿਲੀ ਸੀਟ 'ਤੇ ਰੱਖਦੇ ਆ ਜੀ। ਦੇਖੋ ਗੱਲਾਂ ਸੰਗਤ ਜੀ, ਇਹ ਬਹੁਤ ਜ਼ਰੂਰੀ ਸੀਗੀਆਂ ਵਾਚਣ ਵਾਲੀਆਂ, ਬਹੁਤ ਵੱਡੇ ਪੱਧਰ 'ਤੇ। ਮੈਂ ਫਿਰ ਕਹਿਣਾ ਕਿ ਇੱਥੇ ਤਾਂ ਸਾਡਾ ਹਾਲ ਭਰਿਆ ਹੋਣਾ ਚਾਹੀਦਾ ਸੀਗਾ। ਮੈਂ ਨਹੀਂ ਕਹਿੰਦਾ ਕਿ ਮੇਰੇ ਤੋਂ ਹੀ ਕਰਾਓ, ਕੋਈ ਵਧੀਆ ਵਿਦਵਾਨ ਬੁਲਾ ਕੇ ਵੀ ਤੁਸੀਂ ਇਹ ਕਰਾਓ। ਇਹ ਗੱਲਾਂ ਸਾਡੇ ਘਰ ਘਰ 'ਚ ਪਹੁੰਚਣੀ ਚਾਹੀਦੀਆਂ, ਤਾਂ ਕਿ ਅਸੀਂ ਇਹਨਾਂ ਕਰਮ ਕਾਂਡਾਂ 'ਚੋਂ ਨਿਕਲੀਏ। ਸਾਡੇ ਜਿਉਂਦੇ ਜੀ ਦੀ ਕਦਰ ਹੈ, ਮਰੇ ਦੀ ਮਰਨ ਤੋਂ ਬਾਅਦ ਮਿੱਟੀ ਹੋ ਗਏ, ਜੋ ਮਰਜ਼ੀ ਕਰੀ ਚੱਲੋ ਜੀ। ਫਿਰ ਤਾਂ ਜ਼ੀਰੋ ਹੈ ਜੀ। ਇੱਧਰ ਲੈ ਜਾਓ, ਉੱਧਰ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ। ਹੁਣ ਇੱਥੇ ਕੀ ਲਿਖਿਆ ਜੀ? ਅੰਗੀਠਾ ਸਮੇਟ ਲੈਣਾ ਆ ਅਸੀਂ, ਉਹਨੂੰ ਲੱਗ ਨਹੀਂ ਕਰਨਾ। ਇਹ ਨਹੀਂ ਕਹਿਣਾ ਪਾਪਾ ਜੀ ਆ ਜਾਓ, ਉਹਦੀ ਸੀਟ ਵੱਖਰੀ ਰੱਖਣੀ ਹੈ। ਫਿਰ ਇੱਥੋਂ ਲੈ ਕੇ ਹੁਣ ਲੈ ਕੇ ਕਿੱਥੇ ਜਾਣਾ ਆ? ਇਹ ਬਹੁਤ ਵੱਡਾ ਸਵਾਲ ਹੈ ਜੀ। ਉਹ ਅੱਗੇ ਗੱਲ ਆਉਂਗੀ, ਉਹ ਵੀ ਕਰਦਾ ਜੀ। ਹੁਣ ਇੱਥੇ ਲਿਖਿਆ ਜੀ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਹੁਣ ਅਗਲੀ ਗੱਲ ਤੁਸੀਂ ਮੰਨ ਲਓਗੇ? ਕਦੇ ਵੀ ਨਹੀਂ ਮੰਨ ਸਕਦਾ ਜੀ ਕੋਈ। ਜਾਂ ਉੱਥੇ ਹੀ ਦੱਬ ਕੇ ਜਿਮੀ ਬਰਾਬਰ ਕਰ ਦਿੱਤੀ ਜਾਵੇ। ਸੰਸਕਾਰ ਅਸਥਾਨ 'ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਆ। ਇਹ ਹੋ ਸਕਦਾ ਜੀ ਕਦੇ? ਤੁਸੀਂ ਆਪਣੀ ਜ਼ਿੰਦਗੀ ਦੇਖਿਆ ਜੀ ਕਦੇ ਕਿ ਅਸੀਂ ਅਸਥੀਆਂ ਨੂੰ ਜ਼ਮੀਨ 'ਚ ਦੱਬਤਾ ਹੋਵੇ? ਤੁਸੀਂ ਕਦੇ ਵੀ ਨਹੀਂ ਦੇਖਿਆ ਹੋਣਾ। ਉਹ ਕਿਉਂਕਿ ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਸਾਡੇ ਦਿਮਾਗ 'ਚ ਇਹ ਫਸਿਆ ਹੋਇਆ ਕਿ ਭਾਈ ਅਸੀਂ ਕਿਤੇ ਨਾ ਕਿਤੇ ਲੈ ਕੇ ਜਾਣਾ। ਉਹ ਮੈਂ ਅੱਗੇ ਗੱਲ ਕਰਦਾ, ਕਿਤੇ ਕਿਤੇ ਲੈ ਕੇ ਜਾਣਾ। ਅੱਗੇ ਗੱਲ ਲਿਖੀ ਹੋਈ ਹੈ ਜੀ ਕਿ ਮ੍ਰਿਤਕ ਪ੍ਰਾਣੀ ਦੀ ਜਿੱਥੇ ਆਪਾਂ ਸੰਸਕਾਰ ਕਰਤਾ, ਉੱਥੇ ਯਾਦਗਾਰ ਬਣਾਉਣੀ ਗਲਤ ਹੈ। ਹੁਣ ਚਲੋ ਆਪਣੇ ਤਾਂ ਸ਼ਮਸ਼ਾਨ ਘਾਟ ਹੈ, ਪਿੰਡਾਂ ਦੇ ਵਿੱਚ ਕਈ ਲੋਕ ਕੀ ਕਰਦੇ ਆ। ਹੁਣ ਜਿਵੇਂ ਤੁਹਾਡੇ ਕੋਲ ਨਵਾਂ ਮਸਲਾ ਹੈ ਜੀ, ਵੀਰ ਮਰਿਆ ਸੀ ਨਾ ਕਲਾਕਾਰ ਸਿੱਧੂ ਮੂਸੇਵਾਲਾ, ਅਤੇ ਜਿੱਥੇ ਉਹਦਾ ਸੰਸਕਾਰ ਕੀਤਾ ਉੱਥੇ ਕੀ ਬਣਾਤੀ ਜੀ ਉਹਨਾਂ ਨੇ? ਮੜੀ ਬਣਾਤੀ ਜੀ ਉੱਥੇ। ਹੁਣ ਲੋਕ ਜਾ ਕੇ ਉਹਨੂੰ ਮੱਥਾ ਟੇਕਦੇ ਆ। ਠੀਕ ਆ, ਉਸ ਵੀਰ ਨੇ ਸੱਚ ਬੋਲਿਆ, ਸੱਚ ਦਾ ਪ੍ਰਚਾਰ ਕੀਤਾ, ਪਰ ਅੱਜ ਲੋਕ ਉਹਨੂੰ ਬਾਬਾ ਮੰਨਣ ਲੱਗ ਗਏ। ਇਹ ਗੱਲ ਸੱਚਾਈ ਹੈ। ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੋਂ ਆ। ਜਦੋਂ ਉਹਦੀ ਹੁਣ ਅੱਗੇ ਸਮਾਂ ਆਉਣਾ ਸਾਲ ਦਾ, ਉਹਦੇ ਮਰੇ ਨੂੰ ਸਾਲ ਹੋ ਜਾਣਾ, ਸਾਲ ਤਾਂ ਹੋ ਗਿਆ ਮੇਰੇ ਖਿਆਲ। ਹੁਣ ਕਿੱਡਾ ਵੱਡਾ ਉੱਥੇ ਸਮਾਗਮ ਹੋਇਆ। ਉੱਥੇ ਜਿੱਥੇ ਉਹਦੀ ਮੜੀ ਆ ਉੱਥੇ ਮੇਲੇ ਲੱਗਣੇ ਸ਼ੁਰੂ ਹੋ ਜਾਣੇ ਆ, ਦੁਕਾਨਾਂ ਲੱਗੀਆਂ ਹੋਈਆਂ ਜੀ ਉੱਥੇ। ਹੁਣ ਇੱਥੇ ਰਹਿਤ ਮੇਰੇ ਤਾਂ ਸਾਡੀ ਕਹਿੰਦੀ ਹੈ ਜੀ ਕਿ ਮਰੇ ਹੋਏ ਪ੍ਰਾਣੀ ਦਾ ਜਿੱਥੇ ਸੰਸਕਾਰ ਹੋ ਗਿਆ ਉੱਥੇ ਕੋਈ ਵੀ ਕੀ ਨਹੀਂ ਕਰਨਾ ਜੀ, ਅਸੀਂ ਯਾਦਗਾਰੀ ਨਹੀਂ ਬਣਾਉਣੀ। ਅਤੇ ਕਈ ਬੰਦਾ ਕਹਿੰਦਾ ਜੀ ਇੱਥੇ ਦਰਖਤ ਲਾ ਦਈਏ ਅਸੀਂ ਆਪਣੇ ਪਾਪਾ ਜੀ ਦੀ ਜਗ੍ਹਾ 'ਤੇ। ਹੁੰਦਾ ਨਾ ਪਿੰਡਾਂ ਦੇ ਵਿੱਚ
अपने मोटर ते असीं संस्कार कर दिंदे आ, फिर उत्थे दरख्त ला दिंदे आ जी। वो दरख्त वड्डा हो जाता आ, वो फिर दरख्त विच उहनूं पापा दिखण लग जाता अपना, फिर दरख्त नूं जफ्फियां पा के रोंदा कि मेरा पापा है। इत्थे की लिखिआ जी, स्पष्ट गल निबेड़ दित्ती है कि संस्कार अस्थान ते मृतक प्राणी की यादगार बनाउणी की है जी, मना आ। 2 ਇੱਟਾਂ भी नहीं रखणियां। ਹੁਣ ਖੇਤਾਂ ਦੇ ਵਿੱਚ ਕਿੰਨੇ ਪੀਰ ਬਾਬੇ ਬਣੇ ਹੋਏ ਜੀ, ਉਹ ਸਾਡਾ ਪਾਪਾ ਇੱਥੇ ਸੰਸਕਾਰ ਕੀਤਾ ਸੀਗਾ ਜੀ, 2 ਇੱਟਾਂ ਖੜੀਆਂ ਕਰਤੀਆਂ, ਗੱਲ ਹੋ ਗਈ। ਲਾਸਟ ਸੁਣ ਲਿਓ ਜੀ, ਪਹਿਰਾ ਕੀ ਹੈ ਜੀ, ਬੜਾ ਜ਼ਰੂਰੀ ਸੀਗਾ। ਅੱਧ ਮਾਰਗ ਸਿਆਪਾ ਫੂੜੀ ਦੀਵਾ ਪਿੰਡ ਕਿਰਿਆ ਸ਼ਰਾਧ ਬੁੱਢਾ ਮਰਨਾ ਆਦ ਕਰਨਾ ਮਨ ਮਤ। ਹੁਣ ਅੱਧ ਮਾਰਗ ਤੁਸੀਂ ਦੇਖਣਾ ਜੀ, ਜਦੋਂ ਆਪਾਂ ਘਰ ਤੋਂ ਤੁਰਦੇ ਆ ਨਾ ਜੀ, ਫਿਰ ਅਸੀਂ ਕਹਿੰਦੇ ਆ ਗੁਰਦੁਆਰਾ ਸਾਹਿਬ ਮੱਥਾ ਟਿਕਾ ਦਿਓ ਜੀ। ਜਿਹੜਾ ਬੰਦਾ ਸਾਰੀ ਉਮਰ ਗੁਰਦੁਆਰੇ ਨਹੀਂ ਆਇਆ ਤੇ ਉਹਨੂੰ ਮਰਨ ਤੋਂ ਬਾਅਦ ਗੁਰਦੁਆਰੇ ਲਿਆਉਂਦੇ ਆ। ਫਿਰ ਅੱਧ ਮਾਰਗ 'ਚ ਕੀ ਹੁੰਦਾ, ਜਿਹੜੇ ਪਿੱਛੇ ਵਾਲੇ ਹੁੰਦੇ ਆ ਜੀ ਉਹ ਅੱਗੇ ਆ ਜਾਂਦੇ, ਜਿਹਨਾਂ ਨੇ ਮੋਢੇ ਪਰ ਚੱਕੇ ਹੁੰਦੇ ਆ ਤੇ ਅੱਗੇ ਵਾਲੇ ਪਿੱਛੇ, ਉਹਨੂੰ ਕਹਿੰਦੇ ਅੱਧ ਮਾਰਗ। ਉਹ ਅਸਲ 'ਚ ਹੁੰਦਾ ਆ ਕਿ ਜਿਹੜੇ ਭਾਈ ਥੱਕ ਗਏ ਆ ਉਹ ਅੱਗੇ ਪਿੱਛੇ, ਹੁਣ ਤੁਸੀਂ ਆਪਣਾ ਮੋਢਾ ਬਦਲ ਲਓ, ਪਰ ਇਹ ਵੀ ਕਰਮਕਾਂਡ ਬਣ ਗਿਆ। ਰਾਹ 'ਚ ਅਸੀਂ ਰੋਕ ਲੈਂਦੇ ਆ ਜੀ, ਫਿਰ ਪਿੱਛੇ ਵਾਲੇ ਅੱਗੇ ਆ ਜਾਂਦੇ ਆ ਜੀ, ਅੱਗੇ ਵਾਲੇ ਪਿੱਛੇ, ਉਹਨੂੰ ਕਹਿੰਦੇ ਅੱਧ ਮਾਰਗ। ਅਗਲੀ ਗੱਲ ਸਿਆਪਾ ਆਪਾਂ ਕਰ ਲਿਆ ਜੀ। ਫੂੜੀ ਦਾ ਅਰਥ ਹੁੰਦਾ ਸੀਗਾ ਜੀ ਇੱਕ ਦਰੀ ਜੀ ਬਣਾ ਕੇ ਘਰੇ ਰੱਖਣੀ ਜੀ, ਵਿਛਾਉਣੀ ਕੱਖਾਂ ਦੀ, ਕਿ ਇਹਦੇ ਪਰੇ ਆ ਕੇ ਬਹਿਣਾ ਆ। ਚਲੋ ਹੁਣ ਤਾਂ ਦਰੀਆਂ ਆ ਗਈਆਂ ਸਾਡੇ ਕੋਲ, ਪਹਿਲਾਂ ਇੱਦਾਂ ਦੀ ਕੱਖਾਂ ਦੀ ਇੱਕ ਬਣਾ ਕੇ ਨਾ ਚਾਦਰ ਜੀ, ਉਹਦੇ ਉੱਪਰ ਆ ਕੇ ਬਹਿਣਾ ਜੀ। ਇਹ ਵੀ ਮਨ ਮੱਤ ਸੀਗੀ। ਦੀਵੇ ਦੀ ਗੱਲ ਵੀ ਕਰ ਚੁੱਕੇ, ਦੀਵੇ ਨਹੀਂ ਬਾਲਣੇ ਜੀ, 365 ਦੀਵੇ ਅਸੀਂ ਨਹੀਂ ਬਾਲਣੇ ਆ, ਉਹ ਕਿ ਆਤਮਾ ਨੇ ਕੋਈ ਸਫ਼ਰ ਤੈਅ ਨਹੀਂ ਕਰਨਾ ਆ, ਉਹ ਮੰਨਣਗੇ ਠੀਕ ਆ। ਪਿੰਡ ਦਾ ਅਰਥ ਆ ਜੀ ਆਟੇ ਦੇ ਪਿੰਨੇ ਬਣਾ ਕੇ ਰੱਖਣੇ, ਨਦੀ ਵਿੱਚ ਪਾਉਣੇ, ਦਰਿਆ 'ਚ ਪਾਉਣੇ, ਗਲਤ ਹੈ ਜੀ। ਕਿਰਿਆ ਸਰਾਧ ਠੀਕ ਆ ਜੀ। ਹੁਣ ਸਰਾਧ ਵਾਲੀ ਚੱਕਰ ਇਹ ਵੀ ਸਾਡਾ ਖਤਮ ਨਹੀਂ ਹੋਇਆ ਜੀ, ਇਹ ਤਾਂ ਸਾਨੂੰ ਬਾਹਰ ਲਿਖ ਕੇ ਲਾਉਣਾ ਚਾਹੀਦਾ ਜੀ ਕਿ ਇਸ ਗੁਰਦੁਆਰੇ ਵਿੱਚ ਸ਼ਰਾਧ ਦੀ ਕੋਈ ਅਰਦਾਸ ਨਹੀਂ ਕੀਤੀ ਜਾਣੀ ਚਾਹੀਦੀ। ਇਹ ਸਾਨੂੰ ਹਦਾਇਤ ਹੋਣੀ ਚਾਹੀਦੀ ਹੈ ਕਿ ਭਾਈ ਸਾਹਿਬ ਤੁਸੀਂ ਅਰਦਾਸ ਨਹੀਂ ਕਰਨੀ। ਗੁਰੂ ਗ੍ਰੰਥ ਸਾਹਿਬ ਮਾਲਕ ਵੀ ਕਹਿੰਦੇ ਆ ਅਤੇ ਮਰਿਆਦਾ ਵੀ ਸਾਡੀ ਕਹਿੰਦੀ ਆ, ਵੱਡੀਏ ਹੱਥ ਦਲਾਲ ਕੇ ਮੁਸਪੀਏ ਕਰੇ। ਕਿ ਭਾਈ ਜਿਹੜਾ ਸ਼ਰਾਧਾਂ ਦੇ ਚੱਕਰ 'ਚ ਪੈਂਦਾ ਆ, ਹੁਣ ਦੇਖੋ ਨਾ ਕਿੱਡੀ ਵੱਡੀ ਹਾਸ ਹੋ ਜਾਣੀ ਗੱਲ ਆ ਕਿ ਮੈਂ ਰੋਟੀ ਖਾਵਾਂਗਾ, ਤੁਹਾਡੇ ਭਾਪੇ ਬੀਬੀ ਕੋਲ ਕਿੱਦਾਂ ਪਹੁੰਚੇਗੀ। ਸਵਾਲ ਜਿਹਨੇ ਜਿਉਂਦੇ ਜੀ ਸੇਵਾ ਕਰ ਲਈ ਆਪਣੇ ਮਾਂ ਬਾਪ ਦੀ, ਮੈਨੂੰ ਲੱਗਦਾ ਉਹਨੂੰ ਮਰਨ ਤੋਂ ਬਾਅਦ ਇੱਦਾਂ ਦੇ ਕੋਈ ਪਖੰਡ ਕਰਨ ਦੀ ਲੋੜ ਨਹੀਂ ਹੈ ਜੀ। ਹੁਣ ਸ਼ਰਾਧ 'ਚੋਂ ਨਹੀਂ ਨਿਕਲ ਪਾਏ ਜੀ ਅਸੀਂ ਹੁਣ ਤੱਕ। ਅੱਗੇ ਜੀ ਬੁੱਢਾ ਮਰਨਾ ਦਾ ਅਰਥ ਜਦੋਂ ਕੋਈ ਬੰਦਾ 80 ਸਾਲ ਦਾ 90 ਸਾਲ ਦਾ ਹੋ ਕੇ ਮਰਦਾ ਹੈ ਜੀ, ਕੋਈ 100 ਸਾਲ ਦਾ ਹੋ ਕੇ ਮਰਦਾ, ਕਿਉਂਕਿ ਪੜੋਤਿਆਂ ਵਾਲਾ ਹੋ ਗਿਆ ਨਾ, ਚੌਥੀ ਪੀੜ੍ਹੀ ਚੱਲ ਗਈ। ਅਸੀਂ ਕਹਿੰਦੇ ਫਿਰ ਅਸੀਂ ਪੂਰੀ ਸ਼ਾਨੋ ਸ਼ੌਕਤ ਨਾਲ ਲੈ ਕੇ ਜਾਣਾ। ਗੁਬਾਰੇ ਲਾਉਂਦੇ ਆ ਜੀ ਲੋਕ, ਫਿਰ ਉਹ ਫੁੱਲੜੀਆਂ ਜੀ ਸੁੱਟਦੇ ਆ, ਪੈਸੇ ਸੁੱਟਦੇ ਆ, ਕਈ ਤਾਂ ਢੋਲ ਵਜਾ ਕੇ ਲੈ ਕੇ ਜਾਂਦੇ ਆ। ਇਹ ਸਾਰਾ ਕੀ ਹੈ ਜੀ, ਆਦ ਕਰਨਾ ਮਨ ਮਤ ਹੈ। ਹੁਣ ਲਾਸਟ ਪੰਕਤੀ ਸੁਣ ਲਿਓ ਜੀ, ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਨੋਟ ਕਰ ਲਿਓ ਜੀ, ਅੰਗੀਠਾ ਸਮੇਟ ਲਿਆ, ਅੰਗੀਠੇ ਸਮੇਟਣ ਤੋਂ ਬਾਅਦ ਗੰਗਾ, ਪਤਾਲਪੁਰੀ, ਕੀਰਤਪੁਰ ਸਾਹਿਬ, ਕਰਤਾਰਪੁਰ ਸਾਹਿਬ ਆਦਿ ਥਾਵਾਂ ਦੇ ਵਿੱਚ ਜਾ ਕੇ ਪਾਉਣਾ ਮਨ ਮੱਤ ਹੈ। ਕੀਰਤਪੁਰ ਸਾਹਿਬ ਵੀ ਫੁੱਲ ਪਾਉਣੇ ਮਨ ਮੱਤ ਹੈ, ਹਰਿਦੁਆਰ ਜਾਣਾ ਵੀ ਮਨ ਮੱਤ ਹੈ, ਕਰਤਾਰਪੁਰ ਜਾਣਾ ਵੀ ਮਨ ਮੱਤ ਹੈ। ਨੇੜੇ ਤੁਹਾਨੂੰ ਕੋਈ ਵੀ ਪਾਣੀ ਵਗਦਾ ਮਿਲ ਜਾਵੇ, ਉੱਥੇ ਪਾਇਆ ਜਾ ਸਕੇ। ਹੁਣ ਇਹ ਸਾਡੇ ਕੀ ਹੁੰਦਾ ਜੀ, ਮੰਨ ਲਓ ਕਿ ਬੇਬੇ ਪਹਿਲਾਂ ਚੜ੍ਹਾਈ ਕਰ ਗਈ, ਬਾਪੂ ਬਾਅਦ 'ਚੋਂ ਚੜ੍ਹਾਈ ਕਰ ਗਿਆ। ਮੰਨ ਲਓ ਬੇਬੇ ਦੇ ਫੁੱਲ ਆਪਾਂ ਹਰਿਦੁਆਰ ਪਾਤੇ, ਹੁਣ ਸਾਨੂੰ ਸੋਝੀ ਆ ਗਈ ਕਿ ਅਸੀਂ ਬੀਬੀ ਦੇ ਫੁੱਲ ਭਾਈ ਕਟਾਣੀ ਸਾਹਿਬ ਪਾ ਲੈਣੇ ਆ, ਬਾਪੂ ਦੇ ਫੁੱਲ ਬੇਬੇ ਪਹਿਲਾਂ ਚੜ੍ਹਾਈ ਕਰ ਗਈ। ਨਹੀਂ ਜੀ, ਦੋਨੇ ਫਿਰ ਅਲੱਗ-ਅਲੱਗ ਹੋ ਜਾਣਗੇ ਜੀ। ਲਓ, ਬੇਬੇ ਨੂੰ ਮਰੀ ਨੂੰ 10 ਸਾਲ ਹੋ ਗਏ ਅਤੇ ਬਾਪੂ ਵਿਚਾਰਾ 10 ਸਾਲਾਂ ਬਾਅਦ ਮਰਦਾ ਆ। ਹੁਣ ਬੇਬੇ 10 ਸਾਲ ਤੋਂ ਉਹਦਾ ਇੰਤਜ਼ਾਰ ਕਰਦੀ ਹੈ ਕਿ ਕਦੋਂ ਤੂੰ ਮਰੇ, ਫਿਰ ਆਪਾਂ ਇਕੱਠੇ ਹੋਣਾ ਆ। ਜਿੱਥੇ ਪਾਣੀ ਵਗਦਾ ਮਿਲ ਜਾਵੇ ਤੁਸੀਂ ਉੱਥੇ ਫੁੱਲ ਪਾ ਸਕਦੇ ਹੋ। ਕੀਰਤਪੁਰ ਸਾਹਿਬ ਜਾਣਾ, ਕਰਤਾਰਪੁਰ ਸਾਹਿਬ ਜਾਣਾ, ਗੰਗਾ ਜਾਣਾ, ਹਰਿਦੁਆਰ ਜਾਣਾ, ਕੀ ਹੈ ਜੀ, ਇਹ ਮਨ ਮੱਤ ਹੈ। ਸੋ ਇੱਥੇ ਇਹ ਰਹਿਤ ਮਰਿਆਦਾ ਦਾ ਜਿਹੜਾ ਵਿਸ਼ਾ ਸੀਗਾ ਜੀ, ਮ੍ਰਿਤਕ ਸੰਸਕਾਰ, ਇਹ ਸਮਾਪਤ ਹੋ ਗਿਆ। ਇਹ ਜ਼ਰੂਰੀ ਹੈ ਜੀ। ਫਿਰ ਮੈਂ ਬੇਨਤੀ ਕਰਦਾ, ਲਾਈਵ ਚੱਲਦਾ, ਤੁਸੀਂ ਪਤਵੰਤੇ ਸੱਜਣ ਬੈਠੇ ਹੋ, ਜ਼ਰੂਰ ਇਸ ਮਰਿਆਦਾ ਨੂੰ ਆਪਾਂ ਜਿੰਨਾ ਹੋ ਸਕੇ ਓਨਾ ਪ੍ਰਚਾਰੀਏ। ਬੜਾ ਔਖਾ ਹੁੰਦਾ ਜੀ ਸੱਚ 'ਤੇ ਤੁਰਨਾ, ਸੱਚ ਨੂੰ ਬਰਦਾਸ਼ਤ ਕਰਨਾ, ਸੱਚ ਨੂੰ ਫੋਲੋ ਕਰਨਾ, ਆਪਣੇ ਜੀਵਨ 'ਚ ਲਾਗੂ ਕਰਨਾ। ਪਰ ਜੇ ਤੁਸੀਂ ਆਪਾਂ ਡਟ ਕੇ ਸਾਰੇ ਹਮਲਾ ਮਾਰਾਂਗੇ ਤਾਂ ਜ਼ਰੂਰ ਇੱਕ ਦਿਨ ਐਸਾ ਆਏਗਾ ਜਦੋਂ ਸਾਡੇ ਘਰ ਵਿੱਚ ਇਸ ਰਹਿਤ ਮਰਿਆਦਾ ਦੇ ਉੱਤੇ ਲੋਕ ਤੁਰਨਗੇ। ਪਰ ਜੇ ਆਪਾਂ ਢਿੱਲੇ ਹੋ ਗਏ ਜੀ ਭਾਈ ਸਾਹਿਬ, ਲੋਕ ਗੁੱਸਾ ਕਰਨਗੇ, ਲੋਕ ਭੱਜ ਜਾਣਗੇ, ਫਿਰ ਔਖਾ ਹੈ।
ਸੋ ਗੁਰੂ ਮਾਲਕ ਜੀ ਕਿਰਪਾ ਕਰਨ ਜੀ। ਕੱਲ ਪੰਜਵਾਂ ਪਦਾ ਆਪਾਂ ਨੇ ਫੇਰ ਵਿਚਾਰਨਾ 31 ਤੇ 1 ਤਰੀਕ ਅੰਤੇ ਸਤਿਗੁਰ ਬੋਲਿਆ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਦਾਤਾ ਸਤਿਗੁਰ ਕਿਰਪਾ ਕਰੇ ਜੀ। ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਕਰਮੀ ਆਪੋ ਆਪਣੀ, ਕੇ ਨੇੜੈ ਜਿਨੀ ਨਾਮ ਧਿਆਇਆ, ਗਏ ਮਸ਼ਕਤ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ ਤੂ ਠਾਕੁਰ।